ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਸਾਰੇ ਹੀ ਸੰਗਤੀ ਰੂਪ ਵਿੱਚ ਜਪਜੀ ਸਾਹਿਬ ਜੀ ਦੀ ਵਿਚਾਰ ਇੱਕ ਦੂਜੇ ਦੇ ਨਾਲ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੀਣ ਦੀ ਜੁਗਤ ਗੁਰੂ ਦੇ ਪਾਤਸ਼ਾਹ ਪਾਸੋਂ ਸਿੱਖ ਰਹੇ ਹਾਂ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਸਚਿਆਰ ਹੋਣ ਦੀ ਪ੍ਰੇਰਨਾ ਹੈ। ਮਨ, ਬਚਨ ਔਰ ਕਰਮ ਕਰਕੇ ਸੱਚੇ ਇਨਸਾਨ ਨੂੰ ਸਚਿਆਰ ਆਖਿਆ ਜਾਂਦਾ ਹੈ। ਸਚਿਆਰਤਾ ਵਿੱਚ ਹੀ ਸੁੱਖ ਹੈ, ਸਚਿਆਰਤਾ ਵਿੱਚ ਹੀ ਸ਼ਾਂਤੀ ਹੈ, ਸਚਿਆਰਤਾ ਵਿੱਚ ਹੀ ਸਾਡੇ ਸਾਰੇ ਜਿੰਨੇ ਵੀ ਦੁੱਖ ਆਦਿਕ ਨੇ ਉਹਨਾਂ ਦਾ ਹੱਲ ਹੈ। ਹਰ ਪ੍ਰੋਬਲਮ ਦਾ ਹੱਲ ਸਚਿਆਰਤਾ ਵਿੱਚ ਹੈ। ਦੁਨੀਆ ਦੇ ਹਰ ਇਨਸਾਨ ਨੂੰ ਸਚਿਆਰ ਹੋਣ ਦਾ ਯਤਨ ਕਰਨਾ ਚਾਹੀਦਾ ਹੈ ਔਰ ਇਹ ਪੋਸੀਬਿਲਿਟੀ ਵੀ ਹਰ ਇਨਸਾਨ ਦੇ ਅੰਦਰ ਹੈ। ਜੇ ਉਹ ਚਾਹੇ ਤਾਂ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਨਾਲ ਜੁੜ ਸਕਦਾ ਹੈ। ਸਚਿਆਰ ਹੋਣਾ ਕਿਵੇਂ ਹੈ, ਉਹਦੇ ਵਾਸਤੇ ਗੁਰਦੇਵ ਪਾਤਸ਼ਾਹ ਨੇ ਸਾਨੂੰ ਇੱਕ ਹੀ ਮਾਰਗ ਦੱਸਿਆ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਦੇ ਵੀ ਕਿਸੇ ਕਰਮ ਕਾਂਡ ਦੇ ਨਾਲ ਸਚਿਆਰ ਨਹੀਂ ਹੋਇਆ ਜਾ ਸਕਦਾ। ਕਦੇ ਵੀ ਕਿਸੇ ਜਪ ਤਪ ਦੇ ਨਾਲ ਸਚਿਆਰ ਨਹੀਂ ਹੋਇਆ ਜਾ ਸਕਦਾ। ਸਚਿਆਰ ਹੋਣ ਲਈ ਹੁਕਮੀ ਬੰਦਾ ਬਣਨਾ ਹੈ, ਯਾਨੀ ਹੁਕਮ ਦੇ ਅੰਦਰ ਰਹਿਣਾ ਹੈ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਗੁਜ਼ਾਰਨੀ ਹੈ। ਜੇ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਅਸਾਂ ਆਪਣੇ ਜੀਵਨ ਨੂੰ ਢਾਲਣਾ ਹੈ। ਕੱਲ ਤੱਕ ਅਸੀਂ 27 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਕੱਲ ਅਸੀਂ ਵਿਚਾਰ ਕੀਤਾ ਸੀ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਇਹਨੂੰ ਰਜ਼ਾਈ ਨਹੀਂ ਪੜ੍ਹਨਾ, ਜੱਜੇ ਥੱਲੇ ਬਿੰਦੀ ਲਾਣੀ ਹੈ, ਰਜ਼ਾਈ, ਰਜ਼ਾ। ਕਿ ਪ੍ਰਭੂ ਬਾਦਸ਼ਾਹ ਦਾ ਬਾਦਸ਼ਾਹ ਹੈ, ਉਹਦੀ ਰਜ਼ਾ ਦੇ ਅੰਦਰ ਰਹਿਣਾ ਹੀ ਸਾਡਾ ਫਰਜ਼ ਹੈ। ਰਜ਼ਾ ਦੇ ਅੰਦਰ ਰਹਿਣ ਵਾਲਾ ਇਨਸਾਨ ਹੀ ਮਹਾਨ ਹੈ। ਜਿਹਨੂੰ ਪ੍ਰਭੂ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰਦਾ ਹੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਂਦਾ ਹੈ, ਯਾਨੀ ਉਹ ਮਹਾਨ ਇਨਸਾਨ ਹੋ ਜਾਂਦਾ ਹੈ। ਆਓ ਅਗਲੀ ਵਿਚਾਰ ਦੇ ਨਾਲ ਅਸੀਂ ਜੁੜਨ ਦਾ ਯਤਨ ਕਰੀਏ। ਵੇਖਣ ਵਿੱਚ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਸਮੇਂ ਯੋਗੀ, ਜਿਨ੍ਹਾਂ ਨੂੰ ਜੋਗੀ ਕਿਹਾ ਜਾਂਦਾ ਹੈ, ਸੰਸਾਰ ਨੂੰ ਤਿਆਗ, ਗ੍ਰਸਤ ਨੂੰ ਤਿਆਗ ਜੰਗਲਾਂ ਵਿੱਚ ਜਾਂਦੇ ਸਨ। ਸਿਰ ਦੇ ਵਿੱਚ ਵਿਭੂਤ ਪਾਣੀ, ਪਿੰਡੇ ਤੇ ਵਿਭੂਤ ਮਲਣੀ, ਕੰਨਾਂ ਵਿੱਚ ਮੁੰਦਰਾਂ, ਹੱਥਾਂ ਵਿੱਚ ਚਿੱਪੀ ਔਰ ਝੋਲੀ ਆਦਿਕ ਰੱਖਣੀ, ਹੱਥ ਵਿੱਚ ਇੱਕ ਡੰਡਾ ਰੱਖਣਾ ਔਰ ਨਾਲ ਇੱਕ ਨਾਦੀ ਹੁੰਦੀ ਸੀ ਵਜਾਉਣ ਵਾਸਤੇ, ਔਰ ਬਾਹਰ ਜਾ ਜੰਗਲਾਂ ਦੇ ਅੰਦਰ ਸਮਾਧੀਆਂ ਆਦਿਕ ਲਗਾਉਣੀਆਂ। ਇਸੇ ਨੂੰ ਗਿਆਨ ਦਾ ਮਾਰਗ ਸਮਝਦੇ ਸਨ, ਇਸੇ ਨੂੰ ਪ੍ਰਭੂ ਮਿਲਾਪ ਦਾ ਸਾਧਨ ਮੰਨਦੇ ਸਨ। ਤਾਂ ਗੁਰਦੇਵ ਪਾਤਸ਼ਾਹ ਨੇ ਬਚਨ ਕੀਤਾ ਹੈ ਕਿ ਇਹਨਾਂ ਸਾਧਨਾਂ ਦੇ ਨਾਲ ਕਦੇ ਵੀ ਮਨੁੱਖ ਸਚਿਆਰ ਨਹੀਂ ਹੋ ਸਕਦਾ। ਮਨੁੱਖ ਦੀ ਮਾਨਸਿਕਤਾ ਵਿੱਚ ਤਬਦੀਲੀ ਨਹੀਂ ਆ ਸਕਦੀ ਔਰ ਨਾ ਹੀ ਐਵੇਂ ਸੰਸਾਰ ਚੱਲ ਸਕਦਾ ਹੈ। ਜੇ ਸਾਰੇ ਹੀ ਜੋਗੀ ਹੋ ਜਾਣ, ਗ੍ਰਸਤ ਨੂੰ ਤਿਆਗ ਜਾਣ, ਤਾਂ ਇਹ ਸੰਸਾਰ ਚੱਲੇਗਾ ਹੀ ਨਹੀਂ। ਮੰਨ ਲਓ ਅੱਜ ਤੋਂ ਲੈ ਕੇ ਸਾਰੀ ਦੁਨੀਆ ਗ੍ਰਸਤ ਨੂੰ ਤਿਆਗ ਦੇਵੇ ਤਾਂ ਅੱਗੋਂ ਕੋਈ ਨਵਾਂ ਬੱਚਾ ਪੈਦਾ ਨਹੀਂ ਹੋਏਗਾ। ਤੇ ਜਿੰਨੇ ਇਸ ਦੁਨੀਆ ਦੇ ਉੱਤੇ ਹੁਣ ਲੋਕ ਨੇ, ਹੌਲੇ ਹੌਲੇ ਆਪਣੀ ਆਪਣੀ ਉਮਰ ਮੁਤਾਬਕ ਸੰਸਾਰ ਨੂੰ ਛੱਡਦੇ ਜਾਣਗੇ, ਸੰਸਾਰ ਖਤਮ ਹੋ ਜਾਏਗਾ। ਪਹਿਲੀ ਗੱਲ, ਸੰਸਾਰ ਨਹੀਂ ਚੱਲ ਸਕਦਾ। ਦੂਜੀ ਗੱਲ ਕਿ ਜੇ ਸਾਰੇ ਹੀ ਜੋਗੀ ਹੋ ਜਾਣ, ਸਾਰੇ ਹੀ ਜੰਗਲਾਂ ਵਿੱਚ ਚਲੇ ਜਾਣ ਔਰ ਸਾਰੇ ਹੀ ਮੰਗਣ ਵਾਸਤੇ ਝੋਲੀਆਂ ਪਾ ਲੈਣ, ਚਿੱਪੀ ਫੜ ਲੈਣ, ਤਾਂ ਵੀ ਇਹ ਸਮਾਜ ਨਹੀਂ ਚੱਲੇਗਾ। ਕਿਉਂਕਿ ਦੇਣ ਵਾਲਾ ਕੌਣ ਹੋਏਗਾ? ਜਦੋਂ ਕਿਰਤੀ ਨਹੀਂ ਕਰਾਂਗੇ ਤਾਂ ਖਾਣ ਲਈ ਕਿੱਥੋਂ ਆਏਗਾ? ਤਾਂ ਇਸ ਤਰ੍ਹਾਂ ਸਮਾਜ ਵਿੱਚ ਵੀ ਵਿਕਾਸ ਨਹੀਂ ਹੁੰਦਾ। ਤੀਜੀ ਗੱਲ, ਮਾਨਸਿਕਤਾ ਦੇ ਵਿੱਚ ਇਹਨਾਂ ਚੀਜ਼ਾਂ ਨਾਲ ਕੋਈ ਬਦਲਾਵ ਨਹੀਂ ਆਉਂਦਾ, ਕਿਉਂਕਿ ਬਦਲਣਾ ਤਾਂ ਸੁਭਾਅ ਨੂੰ ਹੈ। ਗੁਰਦੇਵ ਨੇ ਬਚਨ ਕੀਤਾ ਹੈ, ਦੇਸ਼ ਛੋੜ ਪਰਦੇਸੈਂ ਤਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਕਿ ਤੂੰ ਇੱਕ ਦੇਸ਼ ਨੂੰ ਛੋੜ ਕੇ ਪਰਦੇਸ ਚਲਾ ਜਾਏ, ਜੰਗਲਾਂ ਵਿੱਚ ਚਲਾ ਜਾਏ ਜਾਂ ਕਿਸੇ ਦੂਜੇ ਦੇਸ਼ ਵਿੱਚ ਜਾ ਵਸੇ, ਤਾਂ ਇਹਦੇ ਨਾਲ ਤਾਂ ਕੋਈ ਫਰਕ ਪੈਣ ਵਾਲਾ ਨਹੀਂ। ਜਗ੍ਹਾ ਬਦਲਣ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਹੈ, ਕਿਉਂਕਿ ਜਗ੍ਹਾ ਬਦਲਣ ਦੇ ਨਾਲ ਤੇਰਾ ਸੁਭਾਅ ਤਾਂ ਬਦਲਿਆ ਨਹੀਂ,
ਤੇਰੇ ਅੰਦਰ ਈਰਖਾ, ਦਵੈਸ਼, ਵੈਰ, ਵਿਰੋਧ ਜੇ ਤੇਰੇ ਨਾਲ ਹੀ ਗਈ ਹੈ ਤਾਂ ਉਸ ਜਗ੍ਹਾ ਤੇ ਵੀ ਤੂੰ ਪਰੇਸ਼ਾਨ ਹੋਏਗਾ। ਤਾਂ ਸਥਾਨ ਬਦਲਣ ਦੇ ਨਾਲ ਮੈਂਟੈਲਿਟੀ ਚੇਂਜ ਨਹੀਂ ਹੁੰਦੀ, ਤਾਂ ਜ਼ਰੂਰਤ ਤਾਂ ਸੋਚ ਨੂੰ ਚੇਂਜ ਕਰਨ ਦੀ ਹੈ। ਤਾਂ ਗੁਰਦੇਵ ਪਾਤਸ਼ਾਹ 28ਵੀਂ ਪੌੜੀ ਵਿੱਚ ਬਚਨ ਕਰਦੇ ਹਨ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਇਹਨੂੰ ਕਰਹਿ ਨੂੰ ਬਿੰਦੀ ਲਗਾ ਕੇ ਪੜਾਂਗੇ ਕਰਹਿ, ਕਿਉਂਕਿ ਜਦੋਂ ਵੀ ਕਿਰਿਆਵਾਚੀ ਹਾਹੇ ਦੇ ਨਾਲ ਸਿਹਾਰੀ ਹੋਵੇ ਨਾ ਤਾਂ ਉਹ ਆਮ ਕਰਕੇ ਬਹੁਵਚਨੀ ਸ਼ਬਦ ਹੁੰਦਾ ਹੈ, ਉਸ ਦਾ ਉਚਾਰਨ ਨਾਸਤੀ ਹੋਏਗਾ। ਜੋਗੀ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਹਨ ਔਰ ਹੱਥ ਦੇ ਅੰਦਰ ਇੱਕ ਪੱਤ ਦਾ ਮਤਲਬ ਹੈਗਾ ਇੱਥੇ ਪਾਤਰ, ਚਿੱਪੀ ਜਿਸ ਦੇ ਅੰਦਰ ਉਹ ਭੋਜਨ ਲੈਂਦੇ ਹਨ, ਤੇ ਝੋਲੀ ਹੁੰਦੀ ਹੈ ਕਿ ਉਹਦੇ ਨਾਲ ਪਾ ਕੇ ਫਿਰ ਝੋਲੀ ਵਿੱਚ ਪਵਾ ਲੈਂਦੇ ਨੇ। ਹੱਥ ਵਿੱਚ ਇੱਕ ਪਾਤਰ ਫੜਿਆ ਹੈ ਔਰ ਇੱਕ ਝੋਲੀ ਮੰਗਣ ਵਾਸਤੇ ਪਾਈ ਹੈ, ਤੇ ਨਾਲ ਮੱਥੇ ਤੇ, ਪਿੰਡੇ ਤੇ, ਸਿਰ ਦੇ ਵਿੱਚ ਵਿਭੂਤੀ ਲਾਈ ਹੈ, ਯਾਨੀ ਸਵਾਹ ਮਲੀ ਹੋਈ ਹੈ। ਇਹਨੂੰ ਉਹ ਧਰਮ ਮੰਨਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੇ ਤਾਂ ਕੇਵਲ ਕੰਨਾਂ ਵਿੱਚ ਮੁੰਦਰਾਂ ਪਾਉਣ ਦੇ ਨਾਲ ਔਰ ਮੰਗ ਕੇ ਖਾਣ ਦੇ ਨਾਲ ਤੇ ਵਿਭੂਤੀ ਮਲਣ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਇਹ ਤਾਂ ਸੌਖਾ ਕੰਮ ਹੈ, ਕੰਨ ਤੇ ਕੋਈ ਵੀ ਪੜਵਾ ਲਵੇਗਾ। ਖਾਸ ਕਰਕੇ ਜੋ ਔਰਤਾਂ ਨੇ ਉਹਨਾਂ ਨੇ ਤਾਂ 99% ਕੰਨ ਬਣਾਏ ਹੁੰਦੇ ਨੇ ਨਾ, ਤੇ ਉਹਨਾਂ ਨੂੰ ਤੇ ਰੱਬ ਮਿਲ ਜਾਣਾ ਚਾਹੀਦਾ ਹੈ। ਹੁਣ ਅੱਜ ਕੱਲ੍ਹ ਤੇ ਕੰਨਾਂ ਦੇ ਵਿੱਚ ਬੀਬੀਆਂ ਭੈਣਾਂ ਨੇ ਤਾਂ ਕਈ ਮੋਰੀਆਂ 6-6 7-7 ਕਰਾਈਆਂ ਹੁੰਦੀਆਂ ਨੇ, ਸੁਣਦੀਆਂ ਬੇਸ਼ੱਕ ਕਿਸੇ ਦੀ ਨਹੀਂ, ਪਰ ਮੋਰੀਆਂ ਬਹੁਤ ਕਰਾਈਆਂ ਹੁੰਦੀਆਂ। ਕਹਿਣ ਤੋਂ ਮੁਰਾਦ ਕਿ ਜੇ ਕੰਨ ਪੜਵਾਉਣ ਨਾਲ ਮਿਲਦਾ ਹੋਏ ਤਾਂ ਫਿਰ ਜਿਹੜੇ ਅੱਜ ਕੱਲ੍ਹ ਮੁੰਡੇ ਵੀ ਮੁਰਕੀਆਂ ਪਾਈ ਫਿਰਦੇ ਨੇ ਉਹਨਾਂ ਨੂੰ ਮਿਲ ਜਾਏ, ਪਰ ਇਹਦੇ ਨਾਲ ਕੋਈ ਰੱਬ ਦੀ ਪ੍ਰਾਪਤੀ ਦਾ ਸੰਬੰਧ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੁੰਦਾ ਸੰਤੋਖ, ਸੰਤੋਖ ਨੂੰ ਮੁੰਦਰਾ ਬਣਾਓ। ਜ਼ਿੰਦਗੀ ਵਿੱਚ ਸੰਤੋਖ ਚਾਹੀਦਾ ਹੈ। ਜੇ ਸਚਿਆਰ ਹੋਣਾ ਹੈ ਤਾਂ ਮੁੰਦਰਾ ਸਚਿਆਰ ਨਹੀਂ ਬਣਾਉਣਗੀਆਂ। ਜ਼ਿੰਦਗੀ ਵਿੱਚ ਸੰਤੋਖ ਚਾਹੀਦਾ ਹੈ ਖੁਸ਼ੀ ਵਾਸਤੇ। ਦੇਖੋ, ਜੇ ਮੈਂ ਔਰਤਾਂ ਦੇ ਖਿਲਾਫ ਨਹੀਂ ਬੋਲ ਰਿਹਾ, ਗੱਲ ਧਿਆਨ ਰੱਖਣਾ, ਜੇਕਰ ਕੰਨਾਂ ਦੇ ਵਿੱਚ ਛੇਕ ਕਰਾਉਣ ਨਾਲ ਜਾਂ ਵਾਲੀਆਂ ਪਾਉਣ ਨਾਲ, ਜਿਵੇਂ ਜੋਗੀਆਂ ਨੇ ਪਾਈਆਂ ਹੁੰਦੀਆਂ ਨੇ, ਜੇ ਸ਼ਾਂਤੀ ਮਿਲਦੀ ਹੋਵੇ ਤਾਂ ਹਰ ਇੱਕ ਔਰਤ ਤਾਂ ਘੱਟ ਤੋਂ ਘੱਟ ਬਿਲਕੁਲ ਸ਼ਾਂਤ ਹੋਣੀ ਚਾਹੀਦੀ ਹੈ ਨਾ। ਉਹਦੀਆਂ ਇੱਛਾਵਾਂ ਨਹੀਂ ਹੋਣੀਆਂ ਚਾਹੀਦੀਆਂ ਬਹੁਤੀਆਂ, ਉਹਦੇ ਵਿੱਚ ਕ੍ਰੋਧ ਆਦਿਕ ਨਹੀਂ ਹੋਣਾ ਚਾਹੀਦਾ, ਲੇਕਿਨ ਐਸਾ ਹੈ ਨਹੀਂ ਨਾ। ਤਾਂ ਜੇ ਇੱਕ ਔਰਤ ਦੇ ਕੰਨ ਛੇਦਣ ਦੇ ਨਾਲ ਉਹਨੂੰ ਸ਼ਾਂਤੀ, ਸੰਤੋਖ, ਖੁਸ਼ੀ ਨਹੀਂ ਮਿਲੀ ਤਾਂ ਜੋਗੀ ਨੂੰ ਕਿਵੇਂ ਮਿਲ ਜਾਏਗਾ, ਬੰਦੇ ਨੂੰ ਕਿਵੇਂ ਮਿਲ ਜਾਏਗਾ? ਬੰਦਾ ਮੁੰਦਰਾਂ ਪਾ ਲਵੇ ਤਾਂ ਉਹਨੂੰ ਕਿਵੇਂ ਮਿਲੇਗਾ? ਯਾਨੀ ਇਹਦਾ ਖੁਸ਼ੀ ਦੇ ਨਾਲ ਕੋਈ ਸੰਬੰਧ ਨਹੀਂ ਹੈ, ਨਾ ਇਹਦਾ ਵਿਦਿਆ ਦੇ ਨਾਲ ਸੰਬੰਧ ਹੈ, ਨਾ ਇਹਦਾ ਗਿਆਨ ਦੇ ਨਾਲ ਸੰਬੰਧ ਹੈ, ਨਾ ਇਹਦਾ ਸਮਾਜ ਸੁਧਾਰ ਦੇ ਨਾਲ ਸੰਬੰਧ ਹੈ। ਸੰਤੋਖ ਦਾ ਸੰਬੰਧ ਹੈ ਸਾਡੇ ਜੀਵਨ ਦੇ ਨਾਲ, ਸਾਡੀ ਖੁਸ਼ੀ ਦੇ ਨਾਲ। ਸੈਟਿਸਫੈਕਸ਼ਨ, ਜਿਨ੍ਹਾਂ ਦੇ ਅੰਦਰ ਸੰਤੋਖ ਹੈ, ਜੋ ਕੁਝ ਮਿਲਿਆ ਹੈ ਦਸਾਂ ਨਵਾਂ ਦੀ ਕਿਰਤ ਕਰਕੇ, ਉਹਦੇ ਤੇ ਸੰਤੋਖ ਕਰਨਾ, ਉਹਦੇ ਨਾਲ ਖੁਸ਼ੀ ਹਾਸਲ ਕਰਨੀ। ਔਰ ਨਿੱਕੀਆਂ ਨਿੱਕੀਆਂ ਖੁਸ਼ੀਆਂ ਸਾਨੂੰ ਰੋਜ਼ ਮਿਲਦੀਆਂ ਨੇ। ਹੁਣ ਬੱਚੇ ਨੂੰ ਨਿੱਕਾ ਜਿਹਾ ਪੈਨ ਲੈ ਕੇ ਦਿਓ ਨਾ ਤਾਂ ਕਿੰਨਾ ਖੁਸ਼ ਹੁੰਦਾ ਹੈ, ਸਾਰੇ ਟੱਬਰ ਨੂੰ ਵਿਖਾਉਂਦਾ ਫਿਰ। ਸੈਟਿਸਫਾਈ ਹੈ ਨਾ ਉਹ ਨਿੱਕੀ ਜੀ ਕਾਰ ਤੋਂ। ਜਿਵੇਂ ਜਿਵੇਂ ਵੱਧਦਾ ਹੈ ਉਹਦੀਆਂ ਆਸ਼ਾਵਾਂ ਵੱਧਦੀਆਂ ਨੇ, ਗੱਲ ਵੱਖਰੀ ਹੈ। ਕਈ ਲੋਕ ਹੁੰਦੇ ਨੇ ਛੋਟੀ ਜੀ ਕੋਈ ਚੀਜ਼ ਮਿਲੇ ਨਾ ਉਹਦੇ ਨਾਲ ਬਹੁਤ ਖੁਸ਼ ਹੁੰਦੇ ਨੇ, ਉਹਨੂੰ ਬੜਾ ਸੰਭਾਲ ਕੇ ਰੱਖਦੇ ਨੇ। ਨਿੱਕੀ ਜੀ ਗਿਫਟ ਕਿਸੇ ਨੂੰ ਦਿਓ ਬਹੁਤ ਖੁਸ਼ ਹੋਣਗੇ। ਕਈ ਲੋਕ ਐਸੇ ਨੇ ਜਿਨ੍ਹਾਂ ਦੇ ਕੋਲ ਵੱਡੀ ਤੋਂ ਵੱਡੀ ਚੀਜ਼ ਵੀ ਆ ਜਾਏ ਉਹਨਾਂ ਨੂੰ ਖੁਸ਼ੀ ਨਹੀਂ ਦਿੰਦੀ। ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਿਰਤ ਕਰਕੇ ਹਾਸਲ ਕਰਦੇ ਹੋ ਉਹਨਾਂ ਦੀ ਖੁਸ਼ੀ ਮਾਣੋ। ਨਿੱਕੀਆਂ ਨਿੱਕੀਆਂ ਖੁਸ਼ੀਆਂ ਮਿਲ ਕੇ ਹੀ ਵੱਡੀਆਂ ਖੁਸ਼ੀਆਂ ਬਣ ਜਾਂਦੀਆਂ ਨੇ। ਇੱਕ ਇੱਕ ਬੂੰਦ ਮਿਲ ਕੇ ਪਾਣੀ ਦੀ ਧਾਰਾ ਬਣਦੀ ਹੈ ਤੇ ਨਿੱਕੀਆਂ ਨਿੱਕੀਆਂ ਧਾਰਾਵਾਂ ਮਿਲ ਕੇ ਨਦੀ ਔਰ ਦਰਿਆ ਬਣ ਜਾਂਦੀਆਂ ਨੇ। ਬਰਸਾਤ ਦੀ ਕੱਲੀ ਕੱਲੀ ਬੂੰਦ ਪੈਂਦੀ ਹੈ ਨਾ, ਨਿੱਕੀ ਨਿੱਕੀ ਬੂੰਦ, ਸਾਰੀ ਧਰਤੀ ਤੇ ਹਰਿਆਵਲ ਕਰ ਦਿੰਦੀ ਹੈ, ਕਿਉਂਕਿ ਲਗਾਤਾਰ ਬਰਸ ਰਹੀ ਹੈ ਨਾ। ਐਵੇਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਮਾਣੋਗੇ ਤਾਂ ਉਹ ਵੱਡੀਆਂ ਖੁਸ਼ੀਆਂ ਬਣ ਜਾਣਗੀਆਂ, ਖੁਸ਼ੀਆਂ ਦਾ ਅੰਬਾਰ ਲੱਗ ਜਾਏਗਾ। ਇਸ ਲਈ ਸੰਤੋਖ ਚਾਹੀਦਾ ਹੈ ਜ਼ਿੰਦਗੀ ਵਿੱਚ। ਤੇ ਸੰਤੋਖ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਵਿਕਾਸ ਨਹੀਂ ਕਰਨਾ, ਅਸੀਂ ਅੱਗੇ ਨਹੀਂ ਵਧਣਾ। ਅੱਗੇ ਵਧਣਾ ਹੈ। ਜੋ ਕੁਝ ਮਿਲਿਆ ਉਹਦੇ ਨਾਲ ਅਸਾਂ ਖੁਸ਼ ਹੋਣਾ ਹੈ, ਉਹਦੀ ਅਸਾਂ ਖੁਸ਼ੀ ਨੂੰ ਮਾਨਣਾ ਹੈ। ਪਹਿਲੀ ਗੱਲ
ਜਿਹਦੇ ਆਪਣੇ ਅੰਦਰ ਸੰਤੋਖ ਹੋਏਗਾ ਉਹ ਖੁਸ਼ ਔਰ ਪ੍ਰਸੰਨ ਹੋਏਗਾ। ਜਿਹਦੇ ਅੰਦਰ ਸੰਤੋਖ ਹੋਏਗਾ ਉਹ 2 ਨੰਬਰ ਦੇ ਧੰਦੇ ਨਹੀਂ ਕਰੇਗਾ, ਉਹ ਸ਼ਾਰਟਕਟ ਨਹੀਂ ਅਪਣਾਏਗਾ, ਉਹ ਨਸ਼ਿਆਂ ਦੀ ਤਸਕਰੀ ਨਹੀਂ ਕਰੇਗਾ, ਉਹ ਰਿਸ਼ਵਤ ਆਦਿਕ ਨਹੀਂ ਲਵੇਗਾ, ਉਹ ਆਪਣੀ ਤਨਖਾਹ ਦੇ ਅੰਦਰ ਆਪਣਾ ਬਜਟ ਬਣਾਏਗਾ। ਪਹਿਲੀ ਗੱਲ। ਦੂਜੀ ਗੱਲ ਹੈ ਕਿ ਜਿਸ ਮਨੁੱਖ ਦੇ ਅੰਦਰ ਸੰਤੋਖ ਹੋਏਗਾ ਨਾ, ਉਹ ਮਨੁੱਖ ਕਿਸੇ ਦੂਜੇ ਦੀ ਹੈਲਪ ਕਰੇਗਾ, ਸਮੇਂ ਦੇ ਉੱਤੇ ਕਿਸੇ ਦੂਜੇ ਦੀ ਸਹਾਇਤਾ ਕਰੇਗਾ। ਕਿਉਂਕਿ ਕਈ ਵਾਰ ਕਿਸੇ ਤੇ ਐਸਾ ਸਮਾਂ ਬਣ ਜਾਂਦਾ ਹੈ ਜਿੱਥੇ ਉਹ ਬੰਦਾ ਬਿਲਕੁਲ ਬੇਸਹਾਰਾ ਹੋ ਜਾਂਦਾ ਹੈ, ਉਹਨੂੰ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ, ਉਹ ਕਿਰਤ ਕਰਨ ਜੋਗਾ ਵੀ ਨਹੀਂ ਹੁੰਦਾ, ਉਹਨੂੰ ਆਪਣਾ ਆਉਣ ਵਾਲੇ ਭਵਿੱਖ ਵਿੱਚ ਵੀ ਕੁਝ ਨਜ਼ਰ ਹੀ ਨਹੀਂ ਪੈ ਰਿਹਾ ਹੁੰਦਾ, ਮੈਂ ਕੀ ਕਰਾਂਗਾ, ਕਿੱਧਰ ਜਾਵਾਂਗਾ। ਐਸੇ ਸਮੇਂ ਦੇ ਅੰਦਰ ਕਿਸੇ ਦਾ ਸਹਿਯੋਗ ਉਹੀ ਕਰੇਗਾ ਜਿਹਦੇ ਅੰਦਰ ਸੰਤੋਖ ਹੈ, ਉਹ ਕਿਸੇ ਨੂੰ ਕੁਝ ਦੇ ਸਕੇਗਾ। ਦੇਖੋ ਆ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਲੋਕਡਾਊਨ ਹੋ ਗਈ, ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਠੱਪ ਹੋਏ, ਬਹੁਤ ਸਾਰੇ ਲੋਕ ਬਹੁਤਾਤ ਗਿਣਤੀ ਦੇ ਅੰਦਰ ਜਿਨ੍ਹਾਂ ਦੇ ਕੋਲ ਕੋਈ ਕੰਮ ਨਹੀਂ ਹੈ ਔਰ ਜਿਨ੍ਹਾਂ ਨੇ ਰੋਜ਼ ਕਮਾ ਕੇ ਖਾਣਾ ਸੀ, ਜੇ ਉਹਨਾਂ ਦੀ ਉਹ ਇਨਕਮ ਦਿਹਾੜੀ ਵਗੈਰਾ ਬੰਦ ਹੋ ਜਾਏ, ਉਹਨਾਂ ਕੋਲ ਜਮ੍ਹਾਂ ਤਾਂ ਹੈ ਹੀ ਨਹੀਂ ਹੈ, ਇਨਕਮ ਬੰਦ ਹੋ ਜਾਏ ਤੇ ਉਹ ਆਪਣਾ ਗੁਜ਼ਾਰਾ ਕਿਵੇਂ ਕਰਨਗੇ। ਕਿਰਤ ਤਾਂ ਉਹ ਕਰਨਾ ਚਾਹੁੰਦੇ ਨੇ ਪਰ ਕਿਰਤ ਹੀ ਹੈ ਨਹੀਂ, ਪ੍ਰੋਬਲਮ ਆ ਗਈ ਨਾ। ਹੁਣੇ ਹੀ ਅੱਜ ਮੇਰਾ ਮਨ ਕਾਫੀ ਪਰੇਸ਼ਾਨ ਹੈ, ਮੈਂ ਹੁਣੇ ਹੀ ਇੱਕ ਛੋਟੀ ਜਿਹੀ ਖਬਰ ਪੜ੍ਹੀ ਹੈ, 4 ਬੱਚੇ, ਗਰੀਬ, ਬਿਲਕੁਲ ਕੱਚਾ ਘਰ ਹੈ, ਮੈਨੂੰ ਸਟੇਟ ਭੁੱਲ ਗਿਆ ਸੌਰੀ, ਉਹਨਾਂ ਦੀ ਮਾਂ ਕੁਝ ਸਮਾਂ ਗਰੀਬੀ ਦੇ ਕਾਰਨ ਬੱਚਿਆਂ ਨੂੰ ਛੱਡ ਕੇ ਚਲੀ ਗਈ, ਕਿੱਧਰ ਚਲੀ ਗਈ ਉਸ ਬਾਰੇ ਕੋਈ ਖਬਰ ਨਹੀਂ ਹੈ, ਘਰੋਂ ਗਈ ਵਾਪਸ ਨਹੀਂ ਆਈ। ਬੱਚੀ ਇੱਕ 8 ਸਾਲ ਦੀ ਹੈ, ਬਾਕੀ ਬੱਚੇ ਛੋਟੇ ਨੇ ਤੇ ਉਹਨਾਂ ਦਾ ਪਿਓ ਦਿਹਾੜੀ ਵਗੈਰਾ ਕਰਕੇ ਉਹਨਾਂ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਪਾਲ ਰਿਹਾ ਸੀ ਤੇ ਕਰੋਨਾ ਵਾਇਰਸ ਕਰਕੇ ਹੁਣ ਮਜ਼ਦੂਰੀ ਵੀ ਬੰਦ ਹੋ ਗਈ ਤੇ ਉਹ ਬੰਦਾ ਆਪ ਵੀ ਬਿਮਾਰ ਹੋ ਗਿਆ ਔਰ ਆਖਿਰ ਉਸ ਦੀ ਵੀ ਮੌਤ ਹੋ ਗਈ ਹੈ। ਹੁਣ ਉਹ 8 ਸਾਲ ਦੀ ਬੱਚੀ ਹੈ, ਬਾਕੀ ਬੱਚੇ ਛੋਟੇ ਨੇ, ਕੱਚਾ ਮਕਾਨ ਹੈ, ਚੋਂਦਾ ਹੈ, ਕਦੋਂ ਉੱਤੇ ਗਿਰ ਜਾਏ ਇਹ ਵੀ ਨਹੀਂ ਪਤਾ ਤੇ 6-6, 7-7, 8 ਸਾਲ ਦੇ ਬੱਚੇ ਕੀ ਦਿਹਾੜੀ ਕਰਨਗੇ, ਕੀ ਮਜ਼ਦੂਰੀ ਕਰਨਗੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ। ਤੇ ਉਹ ਖਬਰ ਦੇਣ ਵਾਲੇ ਨੇ ਲਿਖਿਆ ਹੈ ਕਿ ਕੋਈ ਆਂਢੀ ਗੁਆਂਢੀ ਥੋੜੇ ਬਾਤੇ ਚੌਲ ਵਗੈਰਾ ਦੇ ਦਿੰਦੇ ਨੇ ਤੇ 8-9 ਸਾਲ ਦੀ ਜੋ ਬੱਚੀ ਹੈ ਨਾ, ਕਿਸੇ ਢੰਗ ਦੇ ਨਾਲ ਇੱਟਾਂ ਉੱਟਾਂ ਜੋੜ ਕੇ ਉਹ ਚੌਲ ਉਬਾਲ ਲੈਂਦੀ ਤੇ ਵਿਚਾਰੇ ਬੱਚੇ ਕਿਸੇ ਢੰਗ ਨਾਲ ਖਾ ਲੈਂਦੇ ਨੇ। ਹੁਣ ਐਸੀ ਪੋਜੀਸ਼ਨ ਵਿੱਚ ਉਹਨਾਂ ਬੱਚਿਆਂ ਦਾ ਕੀ ਹਾਲ ਹੋਏਗਾ, ਕਦੇ ਅੰਦਾਜ਼ਾ ਲਗਾਓ। ਤੇ ਉਹਨਾਂ ਬੱਚਿਆਂ ਦਾ ਹਾਲੇ ਫਿਲਹਾਲ ਕੋਈ ਸਹਾਰਾ ਨਹੀਂ ਹੈ, ਥੋੜਾ ਧਿਆਨ ਦੇਣਗੇ ਲੋਕ ਜਿਹੜੇ ਉੱਥੇ ਹੈ ਨੇ, ਕਿਉਂਕਿ ਉਹਨਾਂ ਦਾ ਪੱਕਾ ਐਡਰੈਸ ਵਗੈਰਾ ਕੋਈ ਨਹੀਂ ਹੈ, ਨਹੀਂ ਤੇ ਹੈਲਪ ਕੀਤੀ ਜਾ ਸਕਦੀ ਸੀ ਕਿਸੇ ਢੰਗ ਨਾਲ। ਹੁਣ ਐਸੀ ਕੰਡੀਸ਼ਨ ਦੇ ਅੰਦਰ ਉਹਨਾਂ ਬੱਚਿਆਂ ਦਾ ਸਹਿਯੋਗ ਕੌਣ ਕਰੇਗਾ? ਜਿਹਦੇ ਅੰਦਰ ਸੰਤੋਖ ਹੋਏਗਾ, ਜਿਹਦੇ ਅੰਦਰ ਸੰਤੋਖ ਹੋਏਗਾ ਉਹ ਹੈਲਪ ਕਰੇਗਾ, ਉਹ ਦੂਜੇ ਬਾਰੇ ਸੋਚੇਗਾ। ਤੇ ਜਿਹੜਾ ਕੰਨ ਪੜਵਾ ਕੇ ਆਪ ਹੀ ਜੰਗਲਾਂ ਵਿੱਚ ਬੈਠਾ ਉਹਨੇ ਕੀ ਕਰਨਾ ਹੈ? ਇਸ ਲਈ ਗੁਰੂ ਜੀ ਕਹਿੰਦੇ ਨੇ ਸੰਤੋਖ ਚਾਹੀਦਾ ਜ਼ਿੰਦਗੀ ਵਿੱਚ, ਆਪਣੀ ਖੁਸ਼ੀ ਵੀ ਔਰ ਕਿਸੇ ਨੂੰ ਖੁਸ਼ੀ ਦੇਣ ਵਾਸਤੇ ਵੀ ਜੀਵਨ ਵਿੱਚ ਸੰਤੋਖ ਦੀ ਲੋੜ ਹੈ। ਤਾਂ ਇਹ ਸੰਸਾਰ ਔਰ ਸਮਾਜ ਦਾ ਭਲਾ ਹੋ ਸਕਦਾ ਹੈ, ਤਾਂ ਸਾਡੀਆਂ ਖੁਸ਼ੀਆਂ ਦੇ ਅੰਦਰ ਵਾਧਾ ਹੋ ਸਕਦਾ ਹੈ, ਤਾਂ ਅਸੀਂ ਰੱਬ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸਚਿਆਰਤਾ ਆ ਸਕਦੀ ਹੈ। ਤੇ ਜਿਹੜਾ ਬੰਦਾ ਤ੍ਰਿਸ਼ਨਾ ਦਾ ਭਰਿਆ ਹੈ, ਜਿਹਦਾ ਆਪਣਾ ਪੇਟ ਨਹੀਂ ਭਰਦਾ, ਐਸਾ ਬੰਦਾ ਕਦੇ ਵੀ ਕਿਸੇ ਦੀ ਹੈਲਪ ਨਹੀਂ ਕਰ ਪਾਏਗਾ ਔਰ ਸਮਾਜ ਵਾਸਤੇ ਕਦੇ ਵੀ ਉਹ ਲਾਹੇਵੰਦ ਨਹੀਂ ਹੋਏਗਾ ਔਰ ਆਪ ਵੀ ਉਹ ਖੁਸ਼ ਔਰ ਪ੍ਰਸੰਨ ਨਹੀਂ ਰਹੇਗਾ। ਮੁੰਦਾ ਸੰਤੋਖ, ਪਹਿਲੀ ਗੱਲ ਸੰਤੋਖ ਚਾਹੀਦਾ। ਤੇ ਦੂਜੀ ਗੱਲ ਕਹਿੰਦੇ ਨੇ ਸ਼ਰਮ ਪਤ ਝੋਲੀ। ਇੱਥੇ ਸ਼ਰਮ ਜਿਹੜਾ ਹੈ, ਇਹਨੂੰ ਸ਼ਰਮ ਨਹੀਂ ਪੜਨਾ, ਇੱਥੇ ਸ਼ਰਮ ਸ਼ਬਦ ਹੈ ਸ਼ਰਮ। ਸ਼ਰਮ ਦਾ ਮਤਲਬ ਹੁੰਦਾ ਹੈ ਮਿਹਨਤ। ਹੁਣ ਕੱਲਾ ਸੰਤੋਖ ਕਰਕੇ ਬੈਠੇ ਰਹੋ ਕਿ ਮੈਂ ਤੇ ਜੀ ਸੰਤੋਖੀ ਹਾਂ। ਕਈ ਲੋਕ ਆਪਣੇ ਆਲਸ ਨੂੰ ਸੰਤੋਖ ਦੇ ਵਿੱਚ ਨਾਮ ਬਦਲ ਲੈਂਦੇ ਨੇ, ਕੰਮ ਨਹੀਂ ਕਰਨਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੰਤੋਖ ਵੀ ਤਾਂ ਕਾਇਮ ਰਹੇਗਾ ਨਾ ਜੇ ਮਿਹਨਤ ਕਰੋਗੇ, ਕਿਰਤ ਕਰੋਗੇ।
ਪੱਤ ਦਾ ਮਤਲਬ ਪਾਤਰ, ਝੋਲੀ ਦਾ ਮਤਲਬ ਝੋਲੀ। ਜਿਹੜੇ ਮੰਗਣ ਵਾਸਤੇ ਪਾਤਰ ਫੜੇ ਨੇ ਨਾ, ਹੱਥ ਦੇ ਅੰਦਰ ਬਰਤਨ ਫੜਿਆ ਹੈ, ਚਿੱਪੀ ਫੜੀ ਹੈ, ਝੋਲੀ ਪਾਈ ਹੈ ਮੰਗਣ ਵਾਸਤੇ। ਗੁਰੂ ਜੀ ਕਹਿੰਦੇ ਨੇ ਝੋਲੀ ਨੂੰ ਲਾ ਦੇ, ਮੰਗਿਆ ਕੰਮ ਨਹੀਂ ਚੱਲਦਾ। ਲੋਕ ਧਿਕਾਰ ਕਹੇ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਕਦੇ ਵੀ ਇਸ ਦੁਨੀਆ ਵਿੱਚ ਮੰਗਣ ਵਾਲਿਆਂ ਨੂੰ ਸਤਿਕਾਰ ਨਹੀਂ ਮਿਲਿਆ। ਲੋਕ ਮੰਗਤੇ ਨੂੰ ਲਾਹਨਤਾਂ ਪਾਉਂਦੇ ਨੇ ਵੀ ਚੰਗਾ ਭਲਾ ਹੈ, ਝੋਟੇ ਵਰਗਾ ਹੈ, ਕਰਕੇ ਖਾ। ਮੰਗਣ ਵਾਲੇ ਨੂੰ ਕਦੇ ਮਾਨ, ਆਦਰ, ਸਤਿਕਾਰ ਨਹੀਂ ਮਿਲਿਆ। ਲੇਕਿਨ ਕਿਰਤ ਕਰਨ ਵਾਲੇ ਇਨਸਾਨ ਨੂੰ ਹਰ ਸਮੇਂ, ਹਰ ਦੇਸ਼ ਵਿੱਚ, ਹਰ ਸਥਾਨ ਵਿੱਚ ਮਾਨ, ਆਦਰ ਮਿਲਿਆ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਝੋਲੀ ਜਿਹੜੀ ਬਣਾਈ ਹੈ ਇਹਨੂੰ ਛੱਡ, ਮਿਹਨਤ ਦੀ ਝੋਲੀ ਬਣਾ। ਜਦੋਂ ਮਿਹਨਤ ਕਰੇਗਾ ਤੇ ਬਹੁਤ ਕੁਝ ਪਵੇਗਾ। ਮਿਹਨਤ ਕਰੇਗਾ ਤਾਂ ਤੇਰੀ ਝੋਲੀ ਵਿੱਚ, ਮਿਹਨਤ ਦੀ ਝੋਲੀ ਵਿੱਚ ਬਹੁਤ ਕੁਝ ਪਵੇਗਾ। ਔਰ ਹਕੀਕਤ ਹੈ। ਦੇਖੋ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਣ ਕੇ ਪੱਕੇ ਹੋਏ, ਜਦੋਂ ਤੁਸੀਂ ਆਏ, ਕੋਈ 10 ਪਾਉਂਡ, ਕੋਈ 20 ਪਾਉਂਡ ਲੈ ਕੇ ਆਇਆ ਹੋਵੇਗਾ। ਕਈ ਤਾਂ ਕਹਿੰਦੇ ਨੇ ਸਾਡੇ ਕੋਲ 2 ਪਾਉਂਡ ਹੀ ਸਨ, ਯਾਨੀ ਖਾਲੀ ਹੱਥੀਂ ਆਏ। ਰੋਟੀ ਪਾਣੀ ਵਾਲੇ ਬਰਤਨ ਵੀ ਨਹੀਂ ਸਨ, ਸੌਣ ਵਾਸਤੇ ਕੋਈ ਬਿਸਤਰਾ ਵੀ ਨਹੀਂ ਸੀ। ਇਸ ਕੰਡੀਸ਼ਨ ਵਿੱਚ ਆ ਕੇ ਇੱਥੇ ਤੁਸੀਂ ਆਪਣੇ ਕਾਰੋਬਾਰ ਬਣਾਏ ਨੇ, ਫੈਕਟਰੀਆਂ ਦੇ ਮਾਲਕ ਬਣੇ ਹੋ, ਅੱਜ ਟਰੱਕਾਂ ਦੇ ਮਾਲਕ ਹੋ, ਚੰਗੇ ਚੰਗੇ ਘਰ ਮਕਾਨ ਨੇ। ਉਹ ਐਵੇਂ ਤੇ ਨਹੀਂ ਨਾ ਬਣ ਗਏ, ਮਿਹਨਤ ਕੀਤਿਆਂ ਬਣੇ। ਇੰਡੀਆ ਵਿੱਚ ਜਾਂ ਹੋਰ ਕਿਸੇ ਵੀ ਦੇਸ਼ ਵਿੱਚ ਮਿਹਨਤ ਕਰਕੇ ਹੀ ਸਾਰਾ ਕੁਝ ਮਿਲਿਆ। ਇਸ ਲਈ ਗੁਰੂ ਜੀ ਕਹਿੰਦੇ ਨੇ ਮੰਗ ਨਾ, ਝੋਲੀ ਨਾ ਮੈਂ ਪਾ, ਇਸ ਝੋਲੀ ਦਾ ਕੋਈ ਲਾਭ ਨਹੀਂ ਹੈ। ਤੂੰ ਮਿਹਨਤ ਦੀ ਝੋਲੀ ਬਣਾ, ਮਿਹਨਤ ਕਰ, ਕਿਰਤ ਕਰ। ਜਿਵੇਂ ਅਸਾਂ ਉਦੋਂ ਸੱਚੇ ਸੌਦੇ ਵਾਲੀ ਸਾਖੀ ਵਿਚਾਰੀ ਸੀ ਨਾ, ਮਿਹਨਤ ਦਾ ਉਪਦੇਸ਼ ਕੀਤਾ ਹੈ। ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਹੁਣ ਮਿਹਨਤ ਇੱਕ ਤਾਂ ਹੈ ਆਪਣੇ ਕਿਰਤਕਾਰ ਵਾਸਤੇ, ਅਸੀਂ ਸਿਰਫ ਇੱਥੇ ਹੀ ਰੁਕ ਜਾਂਦੇ ਹਾਂ। ਮਿਹਨਤ ਮੁਕੰਮਲ ਜੀਵਨ ਵਿੱਚ ਕਰਨੀ ਹੈ, ਮੁਕੰਮਲ ਸ਼ਖਸੀਅਤ ਨੂੰ ਉੱਚਿਆਂ ਚੁੱਕਣ ਵਿੱਚ ਕਰਨੀ ਹੈ। ਮਿਹਨਤ ਮੁਕੰਮਲ ਸ਼ਖਸੀਅਤ ਨੂੰ, ਜੇ ਅਸੀਂ ਪਿਆਰ ਚਾਹੁੰਦੇ ਹਾਂ, ਸਤਿਕਾਰ ਚਾਹੁੰਦੇ ਹਾਂ, ਤਾਂ ਇਹਦੇ ਵਾਸਤੇ ਮਿਹਨਤ ਤਾਂ ਕਰਨੀ ਪਵੇਗੀ ਨਾ। ਜੇ ਅਸੀਂ ਸਤਿਕਾਰ ਚਾਹੁੰਦੇ ਹਾਂ, ਮੈਨੂੰ ਮਿਹਨਤ ਕਰਨੀ ਪਵੇਗੀ ਕਿ ਮੈਂ ਫੋਨ ਕਰਕੇ ਤੁਹਾਡਾ ਹਾਲ ਚਾਲ ਹੀ ਪੁੱਛਾਂ, ਤੁਹਾਨੂੰ ਫਤਿਹ ਬੁਲਾਵਾਂ, ਤੁਹਾਡਾ ਮਾਣ ਆਦਰ ਕਰਾਂ, ਤੁਹਾਡਾ ਸਹਿਯੋਗ ਕਰਾਂ। ਚਾਪਲੂਸੀ ਨਾਲ ਨਹੀਂ, ਪਿਆਰ ਨਾਲ ਮੈਂ ਤੁਹਾਡਾ ਸਹਿਯੋਗ ਕਰਾਂ। ਜੇ ਕੋਈ ਪ੍ਰੋਬਲਮ ਹੈ ਮੈਂ ਤੁਹਾਡੇ ਨਾਲ ਹੋਵਾਂ, ਤੁਸੀਂ ਮੇਰੇ ਨਾਲ ਹੋ, ਅਸੀਂ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਕਰਾਂਗੇ ਤਾਂ ਸਾਨੂੰ ਮਿਲੇਗਾ ਨਾ। ਤੇ ਜੇ ਅਸੀਂ ਕਹੀਏ ਵੀ ਸਾਨੂੰ ਘਰ ਬੈਠਿਆਂ ਨੂੰ ਮਾਣ ਮਿਲੀ ਜਾਏ, ਸਤਿਕਾਰ ਮਿਲੀ ਜਾਏ, ਐਸਾ ਤਾਂ ਕਦੇ ਹੋਣਾ ਨਹੀਂ, ਨਾ ਕਦੇ ਹੋਇਆ ਹੈ। ਦੂਜੀ ਗੱਲ, ਜੇ ਤੁਸੀਂ ਵਿਦਵਾਨ ਹੋਣਾ ਚਾਹੁੰਦੇ ਹੋ, ਪੜ੍ਹਨਾ ਚਾਹੁੰਦੇ ਹੋ, ਗਿਆਨ ਹਾਸਲ ਕਰਨਾ ਚਾਹੁੰਦੇ ਹੋ, ਤੇ ਜੇ ਕੋਈ ਬੰਦਾ ਕਹੇ ਕਿ ਮੈਂ ਘਰ ਹੀ ਬੈਠਾ ਰਵਾਂ, ਕਿਤਾਬਾਂ ਪਈਆਂ ਹੁਣ ਅਲਮਾਰੀ ਵਿੱਚ, ਤੇ ਮੈਂ ਕੁਰਸੀ ਦੇ ਉੱਤੇ ਬਹਿ ਕੇ ਟੀਵੀ ਦੇਖਾਂ ਸਾਰਾ ਦਿਨ, ਤੇ ਮੈਂ ਡਾਕਟਰ ਬਣ ਜਾਵਾਂ, ਇੰਜੀਨੀਅਰ ਬਣ ਜਾਵਾਂ, ਐਵੇਂ ਹੋ ਸਕਦਾ ਕਦੇ? ਨਾ ਹੀ ਐਵੇਂ ਹੋਇਆ ਹੈ, ਨਾ ਹੋਏਗਾ। ਤਾਂ ਜੇ ਗਿਆਨ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਮਿਹਨਤ ਕਰਨੀ ਪਵੇਗੀ ਨਾ। ਮਿਹਨਤ ਦੀ ਝੋਲੀ ਵਿੱਚ ਪਵੇਗਾ ਸਾਰਾ, ਇਹ ਮੰਗਿਆ ਨਹੀਂ ਮਿਲਣਾ, ਮਿਹਨਤ ਕਰਨੀ ਪਵੇਗੀ। ਜੇ ਪਰਿਵਾਰ ਦੇ ਅੰਦਰ ਕੋਈ ਕਲ ਕਲੇਸ਼ ਹੈ ਔਰ ਅਸੀਂ ਚਾਹੁੰਦੇ ਹਾਂ ਸਾਡਾ ਪਰਿਵਾਰ ਸੁਖੀ ਔਰ ਸ਼ਾਂਤ ਹੋਵੇ, ਸਾਡੇ ਪਰਿਵਾਰ ਦੇ ਅੰਦਰ ਆਨੰਦ ਖੇੜਾ ਹੋਵੇ, ਜਿਵੇਂ ਤੁਸੀਂ ਆ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਹੱਸ ਰਹੇ ਸੀ ਨਾ, ਖੁਸ਼ ਸੀ ਕਿ ਸਾਡਾ ਹਰ ਇੱਕ ਦਾ ਪਰਿਵਾਰ ਐਵੇਂ ਖੁਸ਼ੀਆਂ ਭਰਿਆ ਹੋਵੇ, ਤਾਂ ਅੱਖਾਂ ਬੰਦ ਕਰਕੇ, ਮੱਥੇ ਤੇ ਤਿਊੜੀਆਂ ਪਾ ਕੇ, ਇੱਕ ਦੂਜੇ ਵੱਲ ਮੂੰਹ ਘੁਮਾ ਕੇ ਬੈਠੇ ਰਿਹਾ ਤਾਂ ਨਹੀਂ ਨਾ ਪਰਿਵਾਰ ਵਿੱਚ ਖੁਸ਼ੀ ਹੋਣੀ। ਉਹਦੇ ਵਾਸਤੇ ਮਿਹਨਤ ਕਰਨੀ ਪਵੇਗੀ ਕਿ ਅਸੀਂ ਇੱਕ ਦੂਜੇ ਵਾਸਤੇ ਸਮਰਪਿਤ ਹੋਈਏ, ਅਸੀਂ ਇੱਕ ਦੂਜੇ ਦੇ ਨਾਲ ਮਿੱਠੇ ਬੋਲ ਬੋਲੀਏ, ਅਸੀਂ ਸਾਰੇ ਬੈਠ ਕੇ ਆਪਣਾ ਇੱਕ ਸਾਂਝਾ ਗੋਲ ਬਣਾਈਏ। ਜੇ ਕਿਸੇ ਨੂੰ ਕੋਈ ਇੱਕ ਦੂਜੇ ਤੋਂ ਪ੍ਰੋਬਲਮ ਹੈ, ਉਹਨੂੰ ਬੈਠ ਕੇ ਸੋਲਵ ਕਰੀਏ, ਤਾਂ ਪਰਿਵਾਰ ਵਿੱਚ ਖੁਸ਼ੀ ਆ ਜਾਏਗੀ, ਸ਼ਾਂਤੀ ਆ ਜਾਏਗੀ। ਜੇ ਧਰਮ ਦੀ ਦੁਨੀਆ ਵਿੱਚ ਅਸੀਂ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਫਿਰ ਕਰਮ ਕਾਂਡਾਂ ਨਾਲ ਨਹੀਂ ਨਾ ਕੁਛ ਹੋਣਾ ਵੀ ਅਸੀਂ ਤੀਰਥਾਂ ਤੇ ਨਹਾਈਏ, ਵਿਖਾਵੇ ਦੀ ਪਾਠ ਪੂਜਾ ਕਰ ਲਈਏ, ਸਵੇਰੇ ਉੱਠ ਕੇ ਘੰਟਾ ਸਮਾਧੀ ਲਾ ਲਈ, ਅੱਖਾਂ ਮੀਟ ਕੇ ਬੈਠ ਕੇ, ਐਵੇਂ ਤੇ ਕੁਛ ਨਹੀਂ ਨਾ ਹੋਣਾ। ਜੇ ਐਵੇਂ ਹੁੰਦਾ ਤਾਂ ਜੋਗੀਆਂ ਸਮਾਧੀਆਂ ਹੀ ਲਾਉਂਦੇ ਸਨ। ਇਹ ਸਾਰੀ ਗੱਲ ਹੀ ਸਮਾਧੀਆਂ ਵਾਲਿਆਂ ਦੀ ਚੱਲ ਰਹੀ ਹੈ, ਐਵੇਂ ਨਹੀਂ ਨਾ ਹੋਣਾ। ਇਸ ਲਈ ਸ਼ਰਮ ਪਤ ਝੋਲੀ, ਮਿਹਨਤ ਕਰਨੀ ਪਵੇਗੀ। ਸ਼ਰਮ, ਮਿਹਨਤ,
ਰਾਜਨੀਤੀ ਵਿੱਚ ਜੇ ਤੁਸੀਂ MLA MP ਬਣਨਾ ਚਾਹੁੰਦੇ ਹੋ ਤਾਂ ਘਰ ਬੈਠਿਆਂ ਕਿਸੇ ਨੇ ਨਹੀਂ ਬਣਾਉਣਾ, ਮਿਹਨਤ ਕਰਨੀ ਪਵੇਗੀ। ਆਰਥਿਕ ਦੁਨੀਆ ਵਿੱਚ ਜੇ ਕੋਈ ਅਮੀਰ ਹੋਣਾ ਚਾਹੁੰਦਾ ਹੈ ਤਾਂ ਉਹਨੂੰ ਮਿਹਨਤ ਕਰਨੀ ਪਵੇਗੀ। ਜੇ ਸਰੀਰ ਰੋਗੀ ਹੈ ਤਾਂ ਮਿਹਨਤ ਤਾਂ ਕਰਨੀ ਪਵੇਗੀ। ਰੇਸ ਲਗਾਓ ਜਾਂ ਕਸਰਤ ਕਰੋ ਜਾਂ ਮਤਲਬ ਆਪਣਾ ਖਾਣ ਪਾਨ ਬਦਲੋ ਤਾਂ ਮਿਹਨਤ ਤਾਂ ਕਰਨੀ ਪਵੇਗੀ। ਜਿਵੇਂ ਉਸ ਦਿਨ ਵੀਰ ਜੀ ਆਪਾਂ ਨੂੰ ਸ਼ੂਗਰ ਬਾਰੇ ਇਹਨਾਂ ਨੇ ਕਾਫੀ ਲੰਬਾ ਚੌੜਾ ਲੈਕਚਰ ਦਿੱਤਾ ਸੀ ਕਿ ਜੇ ਅਸੀਂ ਖਾਣ ਪਾਨ ਦੇ ਉੱਤੇ ਕੰਟਰੋਲ ਕਰਾਂਗੇ ਤਾਂ ਸਰੀਰ ਤੰਦਰੁਸਤ, ਯਾਨੀ ਮਿਹਨਤ ਤਾਂ ਕਰਨੀ ਪਵੇਗੀ। ਜੇ ਅਸੀਂ ਆਪਣੀ ਮਾਨਸਿਕਤਾ ਨੂੰ ਮਹਾਨ ਬਣਾਉਣਾ ਚਾਹੁੰਦੇ ਹਾਂ ਕਿ ਸਾਨੂੰ ਮਾਨਸਿਕ ਤੌਰ ਤੇ ਸ਼ਾਂਤੀ ਹੋਏ ਤਾਂ ਈਰਖਾ ਦਵੇਸ਼ ਨਾਲ ਨਹੀਂ ਹੋਣੀ ਭਾਈ, ਮਿਹਨਤ ਕਰਨੀ ਪਵੇਗੀ। ਅਸੀਂ ਆਪਣੇ ਅੰਦਰ ਪਿਆਰ ਪੈਦਾ ਕਰੀਏ, ਦੂਜੇ ਦੇ ਦੁੱਖ ਦਰਦ ਨੂੰ ਵੰਡਾਈਏ, ਸਰਬੱਤ ਦੇ ਭਲੇ ਵਾਲੀ ਸਾਡੀ ਅੰਦਰ ਸੋਚ ਬਣੇ। ਔਰ ਜੇ ਆਤਮਿਕ ਤੌਰ ਤੇ ਅਸਾਂ ਉન્નਤ ਹੋਣਾ ਹੈ, ਪ੍ਰਭੂ ਦੇ ਅੰਦਰ ਮਿਲਣਾ ਹੈ, ਤਾਂ ਫਿਰ ਸਾਨੂੰ ਆਪਣਾ ਆਪਾ ਗਵਾਉਣਾ ਪਵੇਗਾ। ਸਾਨੂੰ ਆਪਣੀ ਆਈਡੈਂਟੀ ਖਤਮ ਕਰਨੀ ਪਵੇਗੀ। ਆਈਡੈਂਟੀ ਖਤਮ ਕਰਨ ਨੂੰ ਥੋੜਾ ਸਮਝ ਲੈਣਾ। ਜਿਵੇਂ ਮੈਂ ਮਿਸਾਲ ਦਿੱਤੀ ਸੀ ਇੱਕ ਦਿਨ ਕਿ ਇੱਕ ਗੜਾ ਪਿਆ ਹੈ ਨਾ ਸਮੁੰਦਰ ਦੇ ਕਿਨਾਰੇ, ਦਰਿਆ ਦੇ ਕਿਨਾਰੇ ਗੜਾ, ਉਹਦੀ ਆਈਡੈਂਟੀ ਹੈ ਉਹ ਗੜਾ ਹੈ ਪਾਣੀ, ਲੇਕਿਨ ਮਾਈਨਸ ਟੈਂਪਰੇਚਰ ਹੋਣ ਕਰਕੇ ਉਹ ਗੜਾ ਬਣ ਗਿਆ। ਹੁਣ ਉਹਦੀ ਆਈਡੈਂਟੀ ਕੀ ਬਣ ਗਈ? ਗੜਾ। ਜੇ ਉਹ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋਣਾ ਚਾਹੁੰਦਾ ਹੈ ਤਾਂ ਉਹਨੂੰ ਆਪਣੀ ਆਈਡੈਂਟੀ ਖਤਮ ਕਰਨੀ ਪਵੇਗੀ ਨਾ। ਗਲੇਗਾ, ਗੜਾ ਖਤਮ ਹੋ ਜਾਏਗਾ, ਸਮੁੰਦਰ ਵਿੱਚ ਮਿਲ ਕੇ ਸਮੁੰਦਰ ਹੋ ਜਾਏਗਾ। ਹੁਣ ਅਸੀਂ ਰੱਬ ਵਿੱਚ ਮਿਲਣਾ ਚਾਹੁੰਦੇ ਹਾਂ ਤੇ ਰੱਬ ਦੀ ਆਈਡੈਂਟੀ ਹੈ ਨਾ ਕੋਈ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਰੱਬ ਦੀ ਆਈਡੈਂਟੀ ਹੈ, ਉਹਦੇ ਗੁਣ ਨੇ। ਹੁਣ ਅਸੀਂ ਆਪਣੇ ਵੱਲ ਵੇਖਣਾ ਵੀ ਸਾਡੀ ਆਈਡੈਂਟੀ ਕੀ ਹੈ। ਤਾਂ ਤੁਸੀਂ ਦੇਖੋਗੇ ਵੀ ਭਾਈ ਮੋਹਰ ਸਿੰਘ ਯਾਰ ਬੜੇ ਗੁੱਸੇ ਵਾਲਾ ਬੰਦਾ ਹੈ, ਇਹਦਾ ਮਤਲਬ ਮੇਰੀ ਆਈਡੈਂਟੀ ਗੁੱਸੇ ਵਾਲੀ। ਫਲਾਂ ਬੰਦਾ ਤੇ ਬੜਾ ਲੋਭੀ ਹੈ, ਉਹਦੀ ਆਈਡੈਂਟੀ ਲੋਭ ਵਾਲੀ। ਤੀਜਾ ਬੰਦਾ ਉਹ ਤੇ ਸ਼ਰਾਬੀ ਹੈ, ਉਹਦੀ ਆਈਡੈਂਟੀ ਸ਼ਰਾਬ ਵਾਲੀ। ਚੌਥਾ ਬੰਦਾ ਬੜਾ ਈਰਖਾਲੂ ਹੈ, ਉਹਦੀ ਆਈਡੈਂਟੀ ਈਰਖਾ ਦੀ। ਫਲਾਂ ਬੰਦਾ ਬੜਾ ਹੰਕਾਰੀ ਹੈ, ਉਹਦੀ ਆਈਡੈਂਟੀ ਹੰਕਾਰ ਵਾਲੀ। ਤਾਂ ਸਾਨੂੰ ਆਪਣੀ ਆਈਡੈਂਟੀ ਖਤਮ ਕਰਨੀ ਪਵੇਗੀ ਤਾਂ ਅਸੀਂ ਰੱਬ ਦੇ ਵਿੱਚ ਮਿਲਾਂਗੇ ਨਾ। ਇੱਕ ਝੂਠ ਵਾਲੀ ਆਈਡੈਂਟੀ ਹੈ, ਮੈਂ ਸਾਰਾ ਦਿਨ ਝੂਠ ਬੋਲਣਾ ਤਾਂ ਮੇਰੀ ਪਹਿਚਾਨ ਝੂਠ ਕਰਕੇ ਹੈ। ਪਰ ਰੱਬ ਦੀ ਪਛਾਣ ਕੀ ਹੈ? ਸੱਚ। ਜੇ ਮੈਂ ਸੱਚ ਵਿੱਚ ਮਿਲਣਾ ਚਾਹਨਾ, ਮੇਰੇ ਤੇ ਗੁਰੂ ਗਿਆਨ ਦੀ ਕਿਰਨ ਪਵੇ, ਝੂਠ ਮੇਰਾ ਖਤਮ ਹੋ ਜਾਏ, ਮੈਂ ਰੱਬ ਵਰਗਾ ਹੋ ਜਾਵਾਂਗਾ। ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਸਾਨੂੰ ਸਮਝਾਇਆ ਨਾ, ਓਰਾ ਘਰ ਪਾਣੀ ਭਇਆ ਜਾਏ ਮਿਲਿਓ ਟਲਕੂਲ। ਗੁਰੂ ਜੀ ਦੀ ਪਾਵਨ ਬਾਣੀ ਦਾ ਵਚਨ ਹੈ ਨਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਹੁਣ ਇਹਦਾ ਅਰਥ ਬਹੁਤੇ ਵੀਰੇ ਕਰਦੇ ਨੇ ਕਿ ਸੂਰਜ ਦੀ ਕਿਰਨ ਸੂਰਜ ਵਿੱਚ ਮਿਲ ਜਾਂਦੀ ਹੈ। ਸੂਰਜ ਦੀ ਕਿਰਨ ਸੂਰਜ ਵਿੱਚ ਮਿਲੀ ਹੋਈ ਉਹ ਵਿਛੜੀ ਨਹੀਂ ਕਦੇ। ਸੂਰਜ ਦੀ ਕਿਰਨ ਤਾਂ ਸੂਰਜ ਤੋਂ ਕਦੇ ਵਿਛੜੀ ਹੀ ਨਹੀਂ, ਮਿਲਣਾ ਉਹਨੇ ਕੀ ਹੈ, ਪਹਿਲਾਂ ਹੀ ਮਿਲੀ ਹੈ। ਇਹਦਾ ਮੀਨਿੰਗ ਇਹ ਨਹੀਂ ਹੈ। ਇਹਦਾ ਮੀਨਿੰਗ ਇਹ ਹੈ, ਸੂਰਜ ਕਿਰਨ ਮਿਲੇ। ਜਦੋਂ ਗੜੇ ਨੂੰ ਸੂਰਜ ਦੀ ਕਿਰਨ ਮਿਲਦੀ ਹੈ, ਸੂਰਜ ਦੀ ਕਿਰਨ ਉਹਦੇ ਤੇ ਪੈਂਦੀ ਹੈ, ਉਹ ਗਲ ਜਾਂਦਾ ਹੈ। ਜਲ ਕਾ ਜਲ ਹੂਆ ਰਾਮ, ਪਾਣੀ ਸੀ ਪਾਣੀ ਵਿੱਚ ਮਿਲ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਸਾਡੇ ਹੰਕਾਰ ਦੇ ਉੱਤੇ ਗੁਰੂ ਦੇ ਗਿਆਨ ਦੀ ਕਿਰਨ ਪੈਂਦੀ ਹੈ ਤਾਂ ਸਾਡਾ ਹੰਕਾਰ ਵੀ ਖਤਮ ਹੋ ਜਾਂਦਾ ਹੈ, ਅਸੀਂ ਰੱਬ ਵਰਗੇ ਹੋ ਜਾਂਦੇ ਹਾਂ। ਇਸ ਲਈ ਪਹਿਲਾ ਗੁਣ ਹੈ ਸੰਤੋਖ, ਦੂਜਾ ਗੁਣ ਹੈ ਸ਼ਰਮ। ਮੰਗਣਾ ਨਹੀਂ, ਇਹ ਯੋਗੀ ਮਿਹਨਤ ਕਰ। ਜ਼ਿੰਦਗੀ ਦੀ ਪੂਰੀ ਜਿਹੜੀ ਸ਼ਖਸੀਅਤ ਹੈ ਉਹਦੇ ਵਾਸਤੇ। ਅਗਲਾ ਬਚਨ ਕਰਦੇ ਨੇ, ਧਿਆਨ ਕੀ ਕਰਹਿ ਵਿਭੂਤ। ਹੁਣ ਵਿਭੂਤੀ ਲਾਈ, ਇੱਥੇ ਵਿਭੂਤ ਦੇ ਤੱਤੇ ਨਾਲ ਸਿਹਾਰੀ ਹੈ, ਇਹ ਫੀਮੇਲ ਜੈਂਡਰ ਹੈ, ਮੇਲ ਆਪਣਾ ਇਸਤਰੀ ਲਿੰਗ ਸ਼ਬਦ ਹੈ ਵਿਭੂਤੀ। ਸਵਾ ਜੋ ਵੀ ਪਿੰਡੇ ਤੇ ਸਵਾ ਮਲਦੇ ਨੇ, ਮੱਥੇ ਤੇ ਸਵਾ ਮਲੀ ਹੈ, ਸਿਰ ਵਿੱਚ ਪਾਈ ਹੋਈ ਹੈ। ਹੁਣ ਸਵਾ ਮਲਣ ਨਾਲ ਜੇ ਰੱਬ ਮਿਲਦਾ ਹੋਵੇ ਤਾਂ ਇਹ ਤਾਂ ਬਿਲਕੁਲ ਸੌਖਾ ਕੰਮ ਹੈ। ਪਾਥੀਆਂ ਬਾਲੋ ਤੇ ਸਵਾ ਇਕੱਠੀ ਕਰਕੇ ਲੇਟ ਲਓ, ਵਿੱਚ 1 ਮਿੰਟ ਲੱਗਦਾ ਹੈ। ਪਸ਼ੂ ਲੇਟਦੇ ਨੇ, ਖੋਤੇ ਲੇਟਦੇ ਨੇ ਮਿੱਟੀ ਦੇ ਵਿੱਚ, ਐਵੇਂ ਥੋੜੀ ਰੱਬ ਮਿਲਦਾ ਹੈ। ਸਵਾ ਮਿਲਿਆ ਤੇ ਮਿਲੇ ਤੇ ਮੈਂ ਹੁਣੇ ਜਾ ਕੇ ਸਵਾ ਵਿੱਚ ਲੇਟੇ ਲਾਵਾਂ, ਪਰ ਮਿਲਦਾ ਨਹੀਂ, ਸ਼ਾਂਤੀ ਨਹੀਂ ਆਉਂਦੀ। ਸਚਿਆਰ ਸਵਾ ਨਾਲ ਨਹੀਂ ਬਣਦਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਧਿਆਨ ਕੀ ਕਰਹਿ ਵਿਭੂਤ। ਧਿਆਨ ਦੀ ਵਿਭੂਤ, ਸਵਾ ਨੂੰ ਛੱਡ ਧਿਆਨ ਲਗਾ। ਤੇ ਇੱਥੇ ਧਿਆਨ ਦਾ ਮਤਲਬ ਇਹ ਨਹੀਂ ਕਿ ਸਮਾਧੀ ਲਾ ਕੇ ਬਹਿ ਜਾਓ, ਕਿਉਂਕਿ ਉਹ ਤੇ ਧਿਆਨਕਾਰੀ ਰਹੇ ਸਨ, ਉਹ ਤੇ ਸਮਾਧੀ ਲਾਉਂਦੇ ਸਨ। ਧਿਆਨ ਲਾਣਾ ਕਿੱਥੇ ਹੈ? ਕਈ ਲੋਕ ਪੁੱਛਦੇ ਨੇ, ਭਾਜੀ ਸਵੇਰੇ ਪਾਠ ਕਰਦੇ ਆ,
ਜਾਂ ਅਸੀਂ ਨਾਮ ਜਪਦੇ ਹਾਂ ਤਾਂ ਧਿਆਨ ਕਿੱਥੇ ਲਾਈਏ, ਧਿਆਨ ਕਾਹਦਾ ਧਰੀਏ, ਧਿਆਨ ਕਾਹਦਾ ਧਰੀਏ। ਮੈਡੀਟੇਸ਼ਨ ਕਰਨਾ ਹੈ ਤਾਂ ਮੈਡੀਟੇਸ਼ਨ ਤੇ ਧਿਆਨ ਕਾਹਦਾ ਕਰੀਏ। ਹੁਣ ਧਿਆਨ ਕਾਹਦਾ ਕਰੀਏ ਜਿਹਨੂੰ ਇਹ ਨਹੀਂ ਪਤਾ ਵੀ ਧਿਆਨ ਕਰਨਾ ਕਿਹਦਾ ਹੈ, ਤੇ ਉਹ ਪਹੁੰਚੇਗਾ ਕਿਤੇ। ਧਿਆਨ ਕਰਨਾ ਹੈ, ਤੁਹਾਡਾ ਗੋਲ ਕੀ ਹੈ, ਆਪਣੇ ਗੋਲ ਤੇ ਧਿਆਨ ਰੱਖਣਾ ਨਾ। ਜਦੋਂ ਤੁਸੀਂ ਕਾਰ ਚਲਾਉਂਦੇ ਹੋ ਤਾਂ ਕਾਰ ਚਲਾਉਂਦਿਆਂ ਸਮਾਧੀ ਥੋੜਾ ਲਾਈ ਹੁੰਦੀ ਹੈ। ਕਾਰ ਤੁਸੀਂ ਅੱਖਾਂ ਖੋਲ ਕੇ ਚਲਾ ਰਹੇ ਹੋ, ਬੰਦ ਅੱਖਾਂ ਨਾਲ ਚਲਾਓਗੇ ਨਾਲ ਹੀ ਠੁਕੇਗੀ ਕਿਤੇ। ਤੁਹਾਡਾ ਧਿਆਨ ਕਿੱਥੇ ਹੈ? ਤੁਹਾਡਾ ਧਿਆਨ ਆਪਣੇ ਗੋਲ ਤੇ ਹੈ ਨਾ। ਇੱਥੋਂ ਤੁਸੀਂ ਸਾਊਥ ਹਾਲ ਜਾਣਾ ਹੈ ਤਾਂ ਧਿਆਨ ਤੁਹਾਡਾ ਗੋਲ ਤੇ ਹੈ। ਤੁਹਾਨੂੰ ਲਾਲ ਬੱਤੀ ਵੀ ਦਿਸਦੀ ਹੈ, ਹਰੀ ਵੀ ਦਿਸਦੀ ਹੈ, ਕਿਸੇ ਨੂੰ ਕ੍ਰੋਸ ਕਰਨਾ ਹੈ ਤਾਂ ਤੁਹਾਨੂੰ ਪਤਾ ਹੈ। ਗੱਲਾਂ ਵੀ ਤੁਸੀਂ ਕਰੀ ਜਾ ਰਹੇ ਹੋ, ਕਲੱਚ ਬ੍ਰੇਕ ਵੀ ਐਨ ਠੀਕ ਟਾਈਮ ਦੇ ਨਾਲ ਲੱਗ ਰਿਹਾ ਹੈ, ਇੱਧਰ ਉੱਧਰ ਤੁਸੀਂ ਵੇਖ ਵੀ ਰਹੇ ਹੋ, ਕਿਉਂਕਿ ਤੁਹਾਡਾ ਧਿਆਨ ਡਰਾਈਵਿੰਗ ਵਿੱਚ ਹੈ। ਤੁਹਾਡਾ ਧਿਆਨ ਇੱਧਰ ਉੱਧਰ ਨਹੀਂ ਹੈ, ਗੱਲਾਂ ਤੁਸੀਂ ਕਰ ਰਹੇ ਹੋ, ਲੇਕਿਨ ਮੇਨ ਧਿਆਨ ਤੁਹਾਡਾ ਡਰਾਈਵਿੰਗ ਵਿੱਚ ਹੈ। ਔਰ ਜਾ ਕਿੱਥੇ ਰਹੇ ਹੋ, ਇਹ ਨਹੀਂ ਕਿ ਗੱਲਾਂ ਕਰਦੇ ਤੁਸੀਂ ਭੁੱਲ ਜਾਓ ਤੇ ਸਾਊਥ ਹਾਲ ਦੀ ਬਜਾਏ ਗ੍ਰੇਵਜੈਂਡ ਨੂੰ ਪਾ ਲਓ। ਤੇ ਜੇ ਤੁਸੀਂ ਭੁੱਲ ਗਏ, ਗਲਤੀ ਨਾਲ ਐਗਜ਼ਿਟ ਗ੍ਰੇਵਜੈਂਡ ਵਾਲਾ ਲੈ ਲਿਆ ਤੇ ਸਾਊਥ ਹਾਲ ਕਦੇ ਪਹੁੰਚ ਨਹੀਂ ਪਾਓਗੇ। ਇਸ ਲਈ ਧਿਆਨ ਹੋਣਾ ਚਾਹੀਦਾ ਸਾਡਾ ਗੋਲ ਕੀ ਹੈ, ਗੋਲ ਦੇ ਉੱਤੇ ਧਿਆਨ ਲਾਓ। ਇਸ ਲਈ ਸਿੱਖ ਦੀ ਸਮਾਧੀ ਬੰਦ ਅੱਖਾਂ ਦੀ ਨਹੀਂ, ਖੁੱਲੀਆਂ ਅੱਖਾਂ ਦੀ ਹੈ। ਤੁਹਾਡਾ ਗੋਲ ਕੀ ਹੈ? ਜਦੋਂ ਆਮ ਬੰਦੇ ਤੋਂ ਪੁੱਛਦੇ ਹਾਂ ਤਾਂ ਤੁਹਾਡਾ ਗੋਲ ਕੀ ਹੈ, ਉਦੋਂ ਫਿਰ ਉਹ ਥੋੜਾ ਜਿਹਾ ਦੱਸਦਾ, ਗੋਲ ਵੈਸੇ ਹਾਲੇ ਸੋਚਿਆ ਤਾਂ ਨਹੀਂ, ਗੋਲ ਵੈਸੇ ਉਹ ਗੋਲ ਹੀ ਕਰ ਦਿੰਦਾ, ਗੋਲ ਹੀ ਕਰ ਦਿੰਦਾ ਨਾ। ਹਕੀਕਤ ਹੈ ਸਾਡਾ ਫਾਈਨੈਂਸ਼ਲੀ ਗੋਲ ਵੀ ਕੋਈ ਨਹੀਂ ਵੀ ਕਿੰਨਾ ਅਸੀਂ ਪੈਸਾ ਕਮਾਉਣਾ ਹੈ, ਕਿੱਥੇ ਕਿੱਥੇ ਅਸੀਂ ਖਰਚ ਕਰਨਾ, ਬਿਨਾਂ ਗੋਲ ਤੋਂ ਹੀ ਹੈ। ਇਸੇ ਕਰਕੇ ਬਹੁਤੇ ਬੰਦੇ ਫੇਲ ਹੁੰਦੇ ਨੇ। ਜੋ ਵਪਾਰੀ ਵਰਗ ਉਹਨਾਂ ਨੇ ਆਪਣਾ ਬਜਟ ਵਗੈਰਾ ਬਣਾਇਆ ਹੁੰਦਾ, ਫਿਰ ਇਸ ਕਰਕੇ ਉਹ ਕਾਮਯਾਬ ਹੋ ਜਾਂਦੇ ਨੇ। ਤਾਂ ਸਾਡਾ ਗੋਲ ਕੀ ਹੈ? ਮੈਂ ਪੂਰੇ ਤੌਰ ਤੇ ਕਹਿ ਦਿਆਂ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਔਰ ਪਰਿਵਾਰਕ ਤੌਰ ਤੇ ਤੁਹਾਡਾ ਕੀ ਗੋਲ ਹੈ, ਇਹਨੂੰ ਕਹਿੰਦੇ ਨੇ ਗੋਲ। ਹੁਣ ਕਈ ਕਹਿਣਗੇ ਜੀ ਸਾਨੂੰ ਤੇ ਰਾਜਨੀਤੀ ਦੀ ਲੋੜ ਨਹੀਂ। ਠੀਕ ਹੈ, ਤੁਹਾਨੂੰ ਲੋੜ ਨਹੀਂ, ਤੁਸੀਂ MLA MP ਨਹੀਂ ਬਣਨਾ ਚਾਹੁੰਦੇ, ਨੋ ਪ੍ਰੋਬਲਮ। ਪਰ ਲੋੜ ਤੁਹਾਨੂੰ ਹੈ। ਜੇ ਗਲਤ ਬੰਦੇ ਨੂੰ ਵੋਟ ਦੇ ਦਿਓਗੇ ਤੇ ਫਿਰ ਕੀ ਹੋਏਗਾ? ਟੈਕਸ ਉਹਨਾਂ ਨੇ ਵਧਾਣੇ ਨੇ, ਕਾਨੂੰਨ ਉਹਨਾਂ ਨੇ ਬਣਾਉਣੇ ਨੇ। ਜੇ ਗਲਤ ਬੰਦੇ ਰਾਜਨੀਤੀ ਵਿੱਚ ਚਲੇ ਜਾਣਗੇ ਤੇ ਫਿਰ ਕਾਨੂੰਨ ਕੈਸੇ ਹੋਣਗੇ? ਅਸਤ ਵਿਅਸਤ ਹੋ ਜਾਏਗਾ ਨਾ। ਇਸ ਲਈ ਰਾਜਨੀਤੀ ਦਾ ਗੋਲ ਤੁਹਾਡਾ ਹੋਣਾ ਚਾਹੀਦਾ ਕਿ ਇਹੋ ਜਿਹਾ ਅਸੀਂ ਲੀਡਰ ਚੁਣਨਾ ਹੈ, ਹਰ ਇੱਕ ਦਾ ਹੋਣਾ ਚਾਹੀਦਾ ਹੈ। ਦੂਜੀ ਗੱਲ, ਸਮਾਜਿਕ ਤੌਰ ਤੇ ਕੀ ਗੋਲ ਹੈ ਸਾਡਾ? ਜੋ ਸੋਸ਼ਲ ਲਾਈਫ ਹੈ, ਨਾਨਕੇ, ਦਾਦਕੇ, ਸਹੁਰੇ, ਸੱਜਣ ਮਿੱਤਰ, ਉਹਨਾਂ ਦੇ ਨਾਲ ਅਸੀਂ ਕਿਹੋ ਜਿਹਾ ਮਿਲਵਰਤਨ ਰੱਖਣਾ ਹੈ। ਜੇ ਗੋਲ ਨਹੀਂ ਹੋਏਗਾ ਤਾਂ ਫਿਰ ਗੜਬੜ ਹੋਏਗੀ ਨਾ, ਮਿਲਵਰਤਨ ਦੇ ਵਿੱਚ ਰਸ ਨਹੀਂ ਮਿਲੇਗਾ। ਆਰਥਿਕ ਤੌਰ ਤੇ ਸਾਡੀ ਇਨਕਮ ਕਿੰਨੀ ਹੈ, ਅਸੀਂ ਬਜਟ ਕਿੰਨਾ ਬਣਾਉਣਾ ਹੈ, ਕਰਜ਼ੇ ਤੋਂ ਅਸੀਂ ਬਚ ਸਕਦੇ ਹਾਂ, ਇਹ ਗੋਲ ਹੋਣਾ ਚਾਹੀਦਾ ਹੈ। ਧਾਰਮਿਕ ਤੌਰ ਤੇ ਅਸੀਂ ਕੈਸੀ ਜ਼ਿੰਦਗੀ ਜੀਣੀ ਹੈ, ਗੋਲ ਹੋਣਾ ਚਾਹੀਦਾ ਨਾ। ਸਰੀਰਕ ਤੌਰ ਤੇ ਤੁਹਾਡਾ weight ਕਿੰਨਾ ਹੋਵੇ, ਤੁਹਾਡੀਆਂ ਅੱਖਾਂ ਕਿੰਨੀ ਉਮਰ ਤੱਕ ਠੀਕ ਦੇਖ ਸਕਣ, ਜਾਂ ਜਿਵੇਂ ਵੀਰ ਜੀ ਉਦੋਂ ਸ਼ੂਗਰ ਦੀ ਗੱਲ ਕਰਦੇ ਹਨ, ਸ਼ੂਗਰ ਦੀ, ਜਾਂ ਤੁਸੀਂ ਕਿੰਨੀ ਚਿਰ ਤੱਕ ਅਰੋਗ ਰਹਿਣਾ ਚਾਹੁੰਦੇ ਹੋ, ਕੀ ਖਾਣਾ ਪੀਣਾ ਹੈ, ਗੋਲ ਹੋਣਾ ਚਾਹੀਦਾ ਨਾ। ਗੋਲ ਹੈ ਨਹੀਂ, ਖਾਣ ਲੱਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਈ ਗਏ ਤੇ ਜੇ ਛੱਡਿਆ ਤੇ ਫਿਰ ਛੱਡ ਬੈਠੇ। ਮਾਨਸਿਕ ਤੌਰ ਤੇ ਕੀ ਗੋਲ ਹੈ? ਮੈਂਟੈਲਿਟੀ ਤੁਹਾਡੀ ਕੈਸੀ ਹੋਣੀ ਚਾਹੀਦੀ ਹੈ, ਇਹ ਵੀ ਗੋਲ ਨਹੀਂ। ਬੌਧਿਕ ਤੌਰ ਤੇ ਕਿ ਅਸੀਂ ਗਿਆਨ ਵਿੱਚ ਵਾਧਾ ਕਿਵੇਂ ਕਰਨਾ ਹੈ, ਆਤਮਿਕ ਤੌਰ ਤੇ ਰੱਬ ਦੇ ਮਿਲਣ ਦੀ ਗੱਲ ਕਰੀਏ, ਪਰਿਵਾਰਕ ਤੌਰ ਤੇ, ਵਿਹਾਰਕ ਤੌਰ ਤੇ ਵਿਹਾਰ ਕੈਸਾ ਹੋਵੇ, ਇਹਨੂੰ ਕਹਿੰਦੇ ਨੇ ਗੋਲ। ਧਿਆਨ ਇਹਨਾਂ ਚੀਜ਼ਾਂ ਵਿੱਚ ਲਾਣਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਸਵਾ ਮਲਨ ਦੇ ਨਾਲ ਕੁਛ ਹੋਣ ਵਾਲਾ ਨਹੀਂ ਹੈ। ਧਿਆਨ ਕਰੋ, ਆਪਣੇ ਧਿਆਨ ਗੋਲ ਦੇ ਉੱਤੇ ਰੱਖੋ ਕਿ ਅਸੀਂ ਸਚਿਆਰ ਹੋ ਕੇ ਜ਼ਿੰਦਗੀ ਜੀਣੀ ਹੈ, ਮਨ ਬਚਨ ਕਰਮ ਕਰਕੇ ਸੱਚੇ ਹੋਣਾ ਹੈ। ਇਹ ਜੇ ਮੇਨ ਗੋਲ ਬਣ ਜਾਏ ਨਾ ਸਾਡਾ ਕਿ ਅਸੀਂ ਸਚਿਆਰ ਹੋਣਾ ਹੈ, ਤਾਂ ਫਿਰ ਹਰ ਥਾਂ ਦੇ ਉੱਤੇ ਹੀ ਤੁਸੀਂ ਸਚਿਆਰ ਹੋ ਕੇ ਵਰਤੋਗੇ, ਸਾਰੀ ਜ਼ਿੰਦਗੀ ਸੌਖੀ ਹੋ ਜਾਏਗੀ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਹਾਰਕ, ਸਾਰੀ ਜ਼ਿੰਦਗੀ ਸੌਖੀ ਹੋ ਜਾਏਗੀ। ਇਸ ਲਈ ਇਹ ਮੇਨ ਗੋਲ ਹੈ ਸਚਿਆਰ ਹੋਣ ਦਾ, ਇਹਦੇ ਵਿੱਚ ਧਿਆਨ ਲਾਣਾ ਹੈ। ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਹੁਣ ਕਈ ਵੀਰ ਪਾਠ ਤੇ ਵਿਸ਼ਰਾਮ ਲਾਉਂਦੇ ਨੇ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਐਵੇਂ ਨਹੀਂ ਪੜਨਾ।
ਇਹਦਾ ਵਿਸ਼ਰਾਮ ਹੋਏਗਾ ਇਸ ਪੰਕਤੀ ਦਾ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਜੋਗੀ ਜਿਹੜੇ ਨੇ ਉਹ ਆਪਣਾ ਇੱਕ ਗੋਦੜੀ ਪਾਉਂਦੇ ਨੇ, ਚੋਲਾ ਉਹਨਾਂ ਦਾ ਜਿਸ ਵੀ ਟਾਈਪ ਦਾ ਹੈ ਪਹਿਨਾਵਾ। ਤਾਂ ਗੁਰੂ ਜੀ ਕਹਿੰਦੇ ਨੇ ਖਿੰਥਾ ਕਾਲ, ਤੂੰ ਖਿੰਥਾ ਪਾਈ ਫਿਰਦਾ ਹੈ, ਇਸ ਖਿੰਥਾ ਦੇ ਨਾਲ ਕੁਛ ਹੋਣ ਵਾਲਾ ਨਹੀਂ ਹੈ। ਕਾਲ ਦਾ ਮਤਲਬ ਸਮਾਂ, ਮੌਤ। ਮੌਤ ਨੂੰ ਚੇਤੇ ਰੱਖ ਕਿ ਇੱਕ ਦਿਨ ਇਸ ਸੰਸਾਰ ਨੂੰ ਛੱਡ ਜਾਣਾ ਹੈ, ਪਹਿਲੀ ਗੱਲ ਇਹ। ਤੇ ਦੂਜਾ, ਕਾਲ ਦਾ ਮਤਲਬ ਸਮੇਂ ਦੀ ਸਹੀ ਵਰਤੋਂ ਕਰ। ਜਿਹੜਾ ਸਮਾਂ ਹੈ ਇਹਦੀ ਸਹੀ ਵਰਤੋਂ ਕਰ। ਸਮਾਂ ਜੇਕਰ ਲੰਘ ਗਿਆ ਨਾ ਫਿਰ ਉਹਨੇ ਹੱਥ ਨਹੀਂ ਆਉਣਾ। ਜੋ ਸਮੇਂ ਦੀ ਸਮੇਂ ਨਾਲ ਕਦਰ ਨਹੀਂ ਕਰਦੇ, ਸਮਾਂ ਪਾ ਕੇ ਉਹਨਾਂ ਨੂੰ ਸਦਾ ਵਾਸਤੇ ਖਤਮ ਕਰ ਦਿੰਦਾ ਹੈ। ਜੋ ਸਮੇਂ ਦੀ ਕਦਰ ਨਹੀਂ ਨਾ ਕਰਦੇ, ਸਮਾਂ ਫਿਰ ਉਹਨਾਂ ਦੀ ਬੇਕਦਰੀ ਕਰਦਾ ਹੈ। ਜੋ ਸਮੇਂ ਨੂੰ ਨਹੀਂ ਵਰਤਦੇ, ਸਮਾਂ ਫਿਰ ਉਹਨਾਂ ਨੂੰ ਵਰਤਦਾ ਹੈ। ਇਸ ਲਈ ਸਮੇਂ ਨੂੰ ਵਰਤੋ। ਆਪਣਾ ਟਾਈਮ ਮੈਨੇਜਮੈਂਟ, ਕਿ ਸਵੇਰੇ ਮੈਂ ਕਿੰਨੇ ਵਜੇ ਉੱਠਣਾ ਹੈ, ਉੱਠਣ ਤੋਂ ਬਾਅਦ ਮੇਰੀ ਸਾਰੀ ਦਿਨਚਰਿਆ ਕੀ ਹੈ, ਕਿੰਨੇ ਵਜੇ ਭੋਜਨ ਕਰਨਾ ਹੈ, ਸੌਣਾ ਹੈ ਜਾਂ ਰੋਟੀ ਪਾਣੀ ਖਾਣਾ ਹੈ, ਇਹਨਾਂ ਚੀਜ਼ਾਂ ਨੂੰ ਪ੍ਰਯੋਗ ਵਿੱਚ ਲਿਆਓ। ਸਮੇਂ ਦੀ ਵਰਤੋਂ, ਕਿੰਨੇ ਵਜੇ ਸੌਣਾ ਹੈ, ਕੱਲ ਨੂੰ ਮੈਂ ਕੀ ਕਰਨਾ ਹੈ। ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਕੱਲ ਮੈਂ ਕੀ ਕਰਨਾ ਹੈ, ਉਹ ਬੰਦਾ ਕਦੇ ਕਾਮਯਾਬ ਨਹੀਂ ਹੋਏਗਾ। ਸਾਰਾ ਸਮਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਸਮਾਂ ਸਭ ਤੋਂ ਕੀਮਤੀ ਹੈ। ਜਿਵੇਂ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਕਿ ਜੋ ਬੱਚੇ ਨੇ ਸਕੂਲ ਵਿੱਚ ਕਿਉਂ ਪੜ੍ਹ ਜਾਂਦੇ ਨੇ, ਕਿਉਂਕਿ ਉਹ ਟਾਈਮ ਮੈਨੇਜ ਕੀਤਾ ਹੁੰਦਾ ਉਹਨਾਂ ਦਾ ਕਿ ਇੰਨੇ ਵਜੇ ਸਕੂਲ ਜਾਣਾ ਹੈ, ਇਸ ਟਾਈਮ ਇਹ ਪੀਰੀਅਡ ਹੈ, ਇਹ ਪੀਰੀਅਡ ਹੈ, ਦੂਜਾ ਹੈ, ਤੀਜਾ ਹੈ। ਇਸ ਕਰਕੇ ਉਹ ਬੱਚੇ ਪੜ੍ਹ ਜਾਂਦੇ ਨੇ। ਤੇ ਜਦੋਂ ਸਕੂਲ 'ਚੋਂ ਅਸੀਂ ਬਾਹਰ ਆਉਂਦੇ ਹਾਂ, ਫਿਰ ਸਾਡੇ ਟਾਈਮ ਦਾ ਕੋਈ ਪਾਬੰਦੀ ਨਹੀਂ ਹੁੰਦੀ। ਸੁੱਤੇ ਹਾਂ ਤੇ ਸਵੇਰੇ 12 ਵਜੇ ਤੱਕ ਸੁੱਤੇ ਹਾਂ, ਰਾਤ ਨੂੰ ਜਾਗ ਰਹੇ ਹਾਂ ਤੇ 1 ਵਜੇ ਤੱਕ ਜਾਗੀ ਜਾ ਰਹੇ ਹਾਂ। ਚੱਲ ਬਹਿ ਜਾ ਯਾਰ, ਕਰ ਲਾਂਗੇ ਘੜੀ। ਕੋਈ ਅਗਲਾ ਵੀ ਕੰਮ ਤੇ ਜਾ ਰਿਹਾ ਹੋਵੇ, ਉਹਨੂੰ ਅਸੀਂ ਪਾ ਦਿੰਦੇ ਹਾਂ। ਇਹਨਾਂ ਦੇਸ਼ਾਂ ਦੇ ਲੋਕ ਕਾਮਯਾਬ ਕਿਉਂ ਨੇ? ਅਸੀਂ ਇਹਨਾਂ ਦੇਸ਼ਾਂ ਵਿੱਚ ਆਣ ਕੇ ਕਾਮਯਾਬ ਕਿਉਂ ਹੋ ਗਏ? ਉਹਦਾ ਰੀਜ਼ਨ ਹੈ ਕਿ ਸਮੇਂ ਦੀ ਵਰਤੋਂ ਸਹੀ ਕੀਤੀ ਹੈ। ਇੱਥੇ ਲੋਕ ਟਾਈਮ ਦੇ ਪਾਬੰਦ ਨੇ। ਸਾਡੇ ਇੱਥੇ ਵੀ ਅਸੀਂ ਗੜਬੜ ਕਰਦੇ ਹਾਂ। ਬਰਾਤ ਆਉਣੀ ਹੁੰਦੀ ਹੈ ਸਵੇਰੇ, ਗ੍ਰੰਥੀ ਸਿੰਘਾਂ ਨੂੰ, ਰਾਗੀ ਸਿੰਘਾਂ ਨੂੰ ਕਹਿ ਦਿੱਤਾ ਵੀ 10 ਵਜੇ ਬਰਾਤ ਆ ਜਾਣੀ ਹੈ। 10 ਵਜੇ ਆਣ ਕੇ ਲੋਕ ਖਲੋ ਜਾਂਦੇ ਨੇ, ਬਰਾਤ ਆ ਰਹੀ ਹੈ 2:30 ਵਜੇ, ਤੇ 2:30 ਵਜੇ ਵੀ ਆਣ ਕੇ ਕੋਈ ਪਰਵਾਹ ਨਹੀਂ, ਨੱਚ ਰਹੇ ਨੇ। ਯਾਨੀ ਟਾਈਮ ਦੀ ਕੋਈ ਪਾਬੰਦੀ ਨਹੀਂ ਹੈ। ਜੇ ਧਾਰਮਿਕ ਦੁਨੀਆ ਦੇ ਵਿੱਚ ਪ੍ਰੋਗਰਾਮ ਹੁੰਦੇ ਨੇ ਨਾ ਕਿ ਫਲਾਣੇ ਦਿਨ ਨੂੰ ਇਹ ਪ੍ਰੋਗਰਾਮ ਹੋਏਗਾ, ਇਹ ਨਹੀਂ ਉਲੀਕਿਆ ਜਾਂਦਾ ਕਿ ਕਿੰਨੇ ਟਾਈਮ ਤੋਂ ਕਿੰਨੇ ਤੱਕ ਹੋਏਗਾ। ਲੋਕ ਸਮੇਂ ਨੂੰ ਸਦੀਆਂ ਵਿੱਚ ਨਾਪਦੇ ਨੇ, ਸਾਲਾਂ ਵਿੱਚ ਨਾਪਦੇ ਨੇ। ਇੱਕ ਇੱਕ ਸੈਕਿੰਡ ਕੀਮਤੀ ਹੈ ਤੁਹਾਡੀ ਜ਼ਿੰਦਗੀ ਦਾ, ਇੱਕ ਇੱਕ ਮਿੰਟ ਕੀਮਤੀ ਹੈ। ਉਹਦੀ ਸਹੀ ਵਰਤੋਂ ਕਰੋ। ਜਿਹੜਾ ਸਮੇਂ ਦੀ ਸਹੀ ਵਰਤੋਂ ਨਹੀਂ ਕਰੇਗਾ, ਫੇਲ ਹੋ ਜਾਏਗਾ। ਔਰ ਸਮੇਂ ਦੀ ਵਰਤੋਂ ਕਿਵੇਂ ਕਰਨੀ ਹੈ? ਜਿਵੇਂ ਮੈਂ ਬੇਨਤੀ ਕਰ ਰਿਹਾ, ਸਚਿਆਰ ਹੋਣ ਲਈ ਹਰ ਸਮੇਂ ਸਚਿਆਰ ਦਾ ਸਿਧਾਂਤ ਸਾਡੇ ਸਾਹਮਣੇ ਹੋਣਾ ਚਾਹੀਦਾ ਹੈ। ਗੁਰੂ ਜੀ ਦਾ ਪਾਵਨ ਬਚਨ ਹੈ ਨਾ ਕਿ ਜਦੋਂ ਮੈਂ ਇੱਕ ਘੜੀ ਨਾ ਮਿਲਤੇ ਤਾਂ ਕੀ ਹੋ ਜਾਂਦਾ ਹੈ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜਦੋਂ ਮੈਂ ਇੱਕ ਘੜੀ ਤੇਰੇ ਨਾਲ ਨਹੀਂ ਮਿਲਦਾ, ਇੱਕ ਪਲ ਸੱਚ ਨਾਲ ਜਦੋਂ ਅਸੀਂ ਟੁੱਟਦੇ ਹਾਂ, ਉਦੋਂ ਕੀ ਹੁੰਦਾ? ਕਲਯੁਗ। ਬਾਹਰ ਨਹੀਂ ਕਲਯੁਗ ਹੁੰਦਾ, ਸਾਡੇ ਅੰਦਰ, ਸਾਡੀ ਸੋਚ। ਜਿਸ ਪਲ ਅਸੀਂ ਸੱਚ ਨਾਲੋਂ ਟੁੱਟੇ ਹੁੰਦੇ ਹਾਂ, ਜੋ ਸਾਡੀ ਮਾਨਸਿਕਤਾ ਦਾ ਜਿਹੜਾ ਹੁੰਦਾ ਨਾ, ਜਿਸ ਟਾਈਪ ਦੀ ਮਾਨਸਿਕਤਾ ਹੁੰਦੀ ਹੈ, ਉਹਨੂੰ ਕਲਯੁਗ ਕਹਿੰਦੇ ਨੇ। ਜੋ ਸਾਡੀ ਮਾਨਸਿਕਤਾ ਵਿੱਚ ਸੱਚ ਨਾਲੋਂ ਟੁੱਟ ਕੇ ਚੱਲ ਰਿਹਾ ਹੁੰਦਾ, ਉਹ ਕਲਯੁਗ ਹੈ। ਤੇ ਕਲਯੁਗ ਦੇ ਅੰਦਰ ਵਾਪਰ ਰਿਹਾ ਹਰ ਪਲ। ਇਸ ਲਈ ਹਰ ਪਲ ਸੱਚ ਦੇ ਨਾਲ ਜੁੜ ਕੇ ਰਹਿਣਾ। ਇਹਨੂੰ ਕਹਿੰਦੇ ਨੇ ਖਿੰਥਾ ਕਾਲ। ਸਮੇਂ ਨੂੰ ਸੰਭਾਲ। ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ, ਪਾਛੇ ਕਛੂ ਨਾ ਹੋਏਗੋ ਜੋ ਸਿਰ ਪਰ ਆਵੇ ਕਾਲ। ਹੁਣ ਤੁਸੀਂ ਦਫ਼ਤਰ ਵਿੱਚ ਹੋ, ਤੁਹਾਡੇ ਬੌਸ ਨੇ ਤੁਹਾਨੂੰ ਦਿੱਤੀ ਕਿ ਫਾਈਲ ਪੂਰੀ ਕਰਨੀ ਹੈ, ਤੇ ਤੁਸੀਂ ਕਿਹਾ ਵੀ ਚੱਲ ਚਾਹ ਪੀ ਲੈਣਾ, ਥੋੜੀ ਦੇਰ ਠਹਿਰ ਕੇ ਫਾਈਲ ਪੂਰੀ ਕਰ ਲਾਂਗੇ। ਤੁਸੀਂ ਉਹਨੂੰ ਰੋਕ ਦਿੱਤਾ ਟਾਈਮ ਨੂੰ। ਇੱਕ ਫਾਈਲ ਹੋਰ ਆ ਗਈ, ਤੁਸੀਂ ਕਿਹਾ ਚਲੋ ਪਹਿਲੀ ਕੱਲ ਨੂੰ ਕਰ ਲਾਂਗੇ। ਇੱਕ ਫਾਈਲ ਹੁਣ ਕਿੰਨੀਆਂ ਹੋ ਗਈਆਂ? 3 ਹੋ ਗਈਆਂ, ਤੇ ਅਗਲੇ ਦਿਨ ਤੁਸੀਂ ਚੌਥੀ ਵੀ 3 ਹੋਰ ਆਉਣੀ, ਇਹਨਾਂ ਨੂੰ ਕਿਵੇਂ ਕਰੋਗੇ? ਇਸ ਕਰਕੇ ਟਾਈਮ ਦੇ ਨਾਲ ਜਿਹੜੇ ਲੋਕ ਆਪਣੇ ਦਫ਼ਤਰ ਵਿੱਚ ਕੰਮ ਮੁਕਾਈ ਜਾਂਦੇ ਨੇ ਨਾ,
ਉਹਨਾਂ ਨੂੰ ਫਾਈਲਾਂ ਚੁੱਕ ਕੇ ਘਰ ਨਹੀਂ ਲਿਆਉਣੀਆਂ ਪੈਂਦੀਆਂ, ਫਿਰ ਉਹ ਘਰ ਆਰਾਮ ਦੇ ਨਾਲ ਜ਼ਿੰਦਗੀ ਗੁਜ਼ਾਰਦੇ ਨੇ। ਬਹੁਤੇ ਲੋਕ ਫਾਈਲਾਂ ਘਰ ਚੁੱਕੀ ਫਿਰਦੇ ਨੇ, ਘਰ ਵੀ ਦਫ਼ਤਰ ਹੀ ਬਣਿਆ, ਫਿਰ ਉੱਥੇ ਪੁੱਤੇ। ਸਵੇਰੇ ਟਾਈਮ ਨਾਲ ਉੱਠੋਗੇ, ਟਾਈਮ ਨਾਲ ਇਸ਼ਨਾਨ ਪਾਨ ਕਰੋਗੇ, ਟਾਈਮ ਨਾਲ ਨਾਸ਼ਤਾ ਕਰੋਗੇ, 2 ਮਿੰਟ ਬੱਚਿਆਂ ਦੇ ਨਾਲ ਬਿਤਾਓਗੇ, 10 ਮਿੰਟ ਪਹਿਲਾਂ ਚੱਲ ਪਓਗੇ, ਦਫ਼ਤਰ ਠੀਕ ਪਹੁੰਚ ਜਾਓਗੇ। ਲੇਟ ਉੱਠੋਗੇ, ਲੇਟ ਤੁਸੀਂ ਉੱਠੇ ਤੇ ਸਾਰੇ ਘਰ ਨੂੰ ਸਿਆਪਾ ਪਾ ਦਿਓਗੇ, ਬਾਥਰੂਮ ਵਿੱਚ ਭੱਜ ਕੇ ਜਾਓਗੇ, ਘਰ ਵਾਲੀ ਨੂੰ ਗਲਤ ਬੋਲੋਗੇ, ਮੇਰਾ ਟਿਫਨ ਕਿੱਧਰ ਰਹਿ ਗਿਆ, ਪੈਨ ਕਿੱਧਰ ਰਹਿ ਗਿਆ। ਤੁਸੀਂ ਸਟ੍ਰੈਸ ਦੇ ਅੰਦਰ ਮੋਟਰਸਾਈਕਲ ਕਾਰ ਚਲਾਓਗੇ, ਰਾਹ 'ਚ ਐਕਸੀਡੈਂਟ ਕਰ ਪਓਗੇ। ਇਸ ਲਈ ਟਾਈਮ ਨੂੰ ਯੂਜ਼ ਕਰਨਾ ਹੈ ਹਰ ਪਲ। ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਹੁਣ ਜੋਗ ਦੀ ਜੁਗਤੀ ਕੀ ਹੈ? ਰੱਬ ਦੇ ਨਾਲ ਜੁਗਤੀ, ਸਚਿਆਰ ਹੋਣ ਦੀ ਜੁਗਤੀ। ਜੋਗੀ ਜੁਗਤੀਆਂ ਸਿਖਾਉਂਦੇ ਨੇ ਨਾ ਧਿਆਨ ਲਾਉਣ ਦੀਆਂ, ਸਾਡੇ ਬਾਬੇ ਵੀ ਸਿਖਾ ਰਹੇ ਨੇ ਵੀ ਅਸੀਂ ਤੁਹਾਨੂੰ 10ਮ ਦੁਆਰ ਵਿੱਚ ਪ੍ਰਾਨ ਚੜਾਉਣ ਦੀ ਜੁਗਤੀ ਸਿਖਾਵਾਂਗੇ। ਕੁਆਰੀ ਕਾਇਆ, ਇਸ ਕਾਇਆ ਨੂੰ ਕੁਆਰਿਆਂ ਰੱਖੋ ਬਿਲਕੁਲ। ਕੁਆਰਿਆਂ ਦਾ ਮਤਲਬ ਵਿਕਾਰਾਂ ਤੋਂ ਰਹਿਤ, ਵਿਕਾਰ ਨਾ ਹੋਣ। ਅੱਖਾਂ ਦੇ ਨਾਲ ਪਰਤਰੇ ਪਰਤਨ ਰੂਪ ਨੂੰ ਗਲਤ ਨਜ਼ਰਾਂ ਦੇ ਨਾਲ ਨਾ ਤੱਕੋ। ਕੰਨਾਂ ਨੂੰ ਬਿਲਕੁਲ ਝੂਠ ਨਾ ਸੁਣਨ ਦਿਓ। ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪਾਉਣ। ਨੈਗੇਟਿਵ ਵਿਚਾਰ ਤੁਹਾਡੇ ਕੰਨਾਂ ਵਿੱਚ ਨਹੀਂ ਪੈਣਾ ਚਾਹੀਦਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਇਹ ਨਹੀਂ ਹੋ ਸਕਦਾ। ਇਹ ਕੰਨਾਂ ਵਿੱਚ ਹੀ ਨਾ ਪਾਓ, ਆਪਣਿਆਂ ਵਿੱਚ, ਕਿਸੇ ਦੇ ਕੰਨਾਂ ਵਿੱਚ ਵੀ ਨਾ ਪਾਓ। ਕਿਸੇ ਦੀ ਚੁਗਲੀ ਨਿੰਦਾ ਬਦਖੋਈ ਝੂਠੀ ਨਾ ਸੁਣੋ। ਜ਼ਬਾਨ ਦੇ ਨਾਲ ਕਦੇ ਇਹ ਨਾ ਬੋਲੋ ਕਿ ਮੇਰੇ ਤੋਂ ਇਹ ਨਹੀਂ ਹੋਣਾ, ਮੈਂ ਨਹੀਂ ਕਰ ਸਕਦਾ ਜਾਂ ਕੁਛ ਵੀ। ਜ਼ਬਾਨ ਦੇ ਨਾਲ ਸੱਚ ਬੋਲੋ, ਪਿਆਰ ਵਾਲੇ ਬੋਲ ਬੋਲੋ। ਹੱਥਾਂ ਦੇ ਨਾਲ ਬੇਗਾਨੇ ਹੱਕ ਨਾ ਖਾਓ, ਮਾੜੇ ਕਰਮ ਨਾ ਕਰੋ। ਇਹਨਾਂ ਹੱਥਾਂ ਨਾਲ ਸ਼ਰਾਬ ਫੜ ਕੇ ਆਪਣੇ ਅੰਦਰ ਨਾ ਸੁੱਟੋ, ਆਪਣੇ ਤਨ ਨੂੰ ਖਰਾਬ ਨਾ ਕਰੋ। ਪੈਰਾਂ ਦੇ ਨਾਲ ਚੱਲ ਕੇ ਜੂਇਆਂ ਵਾਲੇ ਪਾਸੇ ਤੇ ਵਿਚਾਰ ਵਾਲੇ ਪਾਸੇ ਨਾ ਜਾਓ, ਮਾੜੇ ਪਾਸੇ ਨਾ ਜਾਓ। ਚਰਨ ਚਲੋ ਮਾਰਗ ਗੋਬਿੰਦ। ਮਨ ਦੇ ਨਾਲ ਬੁਰਾ ਨਾ ਸੋਚੋ, ਨੈਗੇਟਿਵ ਨਾ ਸੋਚੋ, ਨਕਾਰਾਤਮਕ ਨਾ ਸੋਚੋ। ਇਹਨੂੰ ਕਹਿੰਦੇ ਨੇ ਕੁਆਰੀ ਕਾਇਆ ਜੁਗਤ। ਇਹ ਹੈ ਜੁਗਤੀ, ਇਹਦਾ ਵਿਸ਼ਰਾਮ ਆਏਗਾ ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਇਸ ਕਾਇਆ ਨੂੰ ਕੁਆਰੀ ਰੱਖੋ, ਇਸ ਕਾਇਆ ਨੂੰ ਵਿਕਾਰਾਂ ਤੋਂ ਬਚਾਓ, ਆਪਣੇ ਗਿਆਨ ਇੰਦਰੀਆਂ ਨੂੰ ਕੰਟਰੋਲ ਵਿੱਚ ਰੱਖੋ। ਇਹ ਹੈ ਜੁਗਤੀ ਜੀਵਨ ਜੀਣ ਦੀ। ਜਿਵੇਂ ਅਸੀਂ 6 ਗੱਲਾਂ ਆਪ ਦੇ ਨਾਲ ਸਾਂਝੀਆਂ ਬਾਰ-ਬਾਰ ਕੀਤੀਆਂ ਨੇ ਕਿ 6 ਕੰਮ ਜੇ ਕਰ ਲਏ ਜਾਣ ਨਾ ਗੁਰਬਾਣੀ ਅਨੁਸਾਰ, ਬੰਦਾ ਰੱਬ ਵਰਗਾ ਹੋ ਜਾਏਗਾ। ਅੱਖਾਂ ਦੇ ਨਾਲ ਪਰਤਰੇ ਪਰਤਨ ਰੂਪ ਨੂੰ ਨਾ ਤੱਕਣਾ, ਹਰ ਇੱਕ ਨੂੰ ਧੀ ਭੈਣ ਆਪਣੀ ਜਾਣਨਾ। ਕੰਨਾਂ ਨਾਲ ਸੱਚ ਸੁਣਨਾ, ਜ਼ਬਾਨ ਨਾਲ ਸੱਚੇ ਪਿਆਰੇ ਬੋਲ ਬੋਲਣੇ। ਹੱਥਾਂ ਦੇ ਨਾਲ 10 ਨਵਾਂ ਦੀ ਕਿਰਤ ਕਰਨੀ ਔਰ ਕਿਸੇ ਦੀ ਹੈਲਪ ਕਰ ਦੇਣੀ ਜਿੰਨੀ ਹੋ ਸਕਦੀ ਹੈ, ਜੇ ਨਹੀਂ ਹੋ ਸਕਦੀ ਤਾਂ ਨਾ ਸੀ। ਪੈਰਾਂ ਦੇ ਨਾਲ ਸਿੱਧੇ ਰਾਹਾਂ ਤੇ ਤੁਰਨਾ, ਮਨ ਕਰਕੇ ਸੱਚ ਸੋਚਣਾ। ਇਹ 6 ਗੱਲਾਂ ਸਾਨੂੰ ਗੁਰਬਾਣੀ ਦੇ ਅੰਦਰ ਬਾਰ-ਬਾਰ ਦੱਸੀਆਂ ਜਾ ਰਹੀਆਂ ਨੇ ਔਰ ਅਸੀਂ ਪਰਸਨਲੀ ਤੌਰ ਤੇ ਕਰਨੀਆਂ ਨੇ। ਹਰ ਇਨਸਾਨ ਨੇ, ਮੈਂ ਵੀ ਤੁਸੀਂ ਵੀ। ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਡੰਡਾ ਪ੍ਰਤੀਤ। ਜੋਗੀਆਂ ਨੇ ਹੱਥ ਵਿੱਚ ਡੰਡਾ ਫੜਿਆ ਹੈ, ਜੰਗਲਾਂ ਵਿੱਚ ਵਿਚਰਨਾ ਹੈ। ਕੋਈ ਜੰਗਲੀ ਜਾਨਵਰ, ਕੋਈ ਸੱਪ ਬਿੱਛੂ ਆ ਸਕਦਾ ਹੈ। ਪਿੰਡਾਂ ਵਿੱਚ ਮੰਗਣ ਜਾਣਾ ਹੈ, ਕੋਈ ਨਾ ਕੋਈ ਕੁੱਤਾ ਪਏਗਾ ਰੱਖਿਆ ਵਾਸਤੇ। ਕੋਈ ਹੋਰ ਵਿਰੋਧੀ ਆ ਸਕਦਾ ਹੈ, ਯਾਨੀ ਡੰਡਾ ਹੱਥ ਵਿੱਚ ਰੱਖਿਆ ਹੋਇਆ ਹੈ। ਹੁਣ ਡੰਡੇ ਫੜਨ ਦੀ ਜ਼ਰੂਰਤ ਕਿਉਂ ਪੈ ਗਈ? ਕਿਉਂਕਿ ਜੰਗਲਾਂ ਵਿੱਚ ਵਿਚਰਨਾ, ਕੋਈ ਫਲ ਫੁੱਲ ਤੋੜ ਕੇ ਖਾ ਲਾਂਗੇ ਜਾਂ ਕਿਸੇ ਜੰਗਲੀ ਜਾਨਵਰ ਤੋਂ ਰੱਖਿਆ। ਮੰਗਣ ਜਾਣਾ ਹੈ ਤਾਂ ਪਿੰਡਾਂ ਦੇ ਅੰਦਰ ਕੋਈ ਕੁੱਤਾ ਪੈ ਸਕਦਾ ਹੈ। ਗੁਰੂ ਜੀ ਕਹਿੰਦੇ ਨੇ ਡੰਡੇ ਫੜਨ ਨਾਲ ਰੱਬ ਥੋੜਾ ਮਿਲਦਾ। ਜੇ ਤੇ ਡੰਡਿਆਂ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਤੇ ਆ ਵੇਖਦੇ ਹਾਂ ਨਾ ਅਸੀਂ, ਸਾਰੇ ਪਾਸੇ ਡੰਡੇ ਤੇ ਚੱਲ ਹੀ ਰਹੇ ਨੇ, ਘਰਾਂ 'ਚ ਵੀ ਚੱਲ ਰਹੇ ਨੇ, ਸਮਾਜ ਵਿੱਚ ਵੀ ਚੱਲ ਰਹੇ ਨੇ। ਮੈਂ ਤੁਹਾਨੂੰ ਇੱਕ ਦਿਨ ਗੱਲ ਸੁਣਾਈ ਸੀ ਨਾ, 15-20 ਬੰਦੇ ਜਾ ਰਹੇ ਸੀ, ਸਾਡੇ ਕਰਨਾਲ ਦੀ ਗੱਲ ਹੈ, ਨੀਲੋ ਖੇੜੀ ਕੋਲ, ਡਾਂਗਾਂ ਚੁੱਕੀਆਂ। ਮੈਂ ਕਿਹਾ ਸੱਜਣੋ ਕਿੱਧਰ ਚੱਲੇ ਹੋ? ਕਹਿਣ ਲੱਗੇ ਗੁਰਦੁਆਰੇ ਸਾਹਿਬ। ਮੈਂ ਕਿਹਾ ਕੋਈ ਗੱਤਕੇ ਦਾ ਪ੍ਰੋਗਰਾਮ ਹੈ? ਗੁਰਪੁਰਬ ਤਾਂ ਕੋਈ ਹੈ ਨਹੀਂ, ਕੋਈ ਗੱਤਕੇ ਦਾ ਪ੍ਰੋਗਰਾਮ ਹੈ? ਕਹਿਣ ਲੱਗੇ ਨਹੀਂ। ਮੈਂ ਕਿਹਾ ਡਾਂਗਾਂ ਕਿਉਂ ਚੁੱਕੀਆਂ ਨੇ? ਕਹਿਣ ਲੱਗੇ ਅੱਜ ਉੱਥੇ ਪ੍ਰਧਾਨ ਬਣਾਉਣਾ ਹੈ ਤੇ 6 ਮਹੀਨੇ ਬਾਅਦ ਫਿਰ ਡਾਂਗਾਂ ਚੁੱਕੀ ਜਾਣ। ਮੈਂ ਕਿਹਾ ਵੀ ਸੱਜਣੋ ਅੱਜ ਕਹਿਣ ਲੱਗੇ ਅੱਜ ਪ੍ਰਧਾਨ ਹਟਾਉਣਾ ਹੈ। ਇਹੀ ਕਰ ਰਹੇ ਹਾਂ ਨਾ ਅਸੀਂ, ਡੰਡੇ ਤੇ ਚੱਲ ਰਹੇ ਨੇ, ਘਰਾਂ 'ਚ ਚੱਲ ਰਹੇ ਨੇ। ਘਰ ਵਾਲੀਆਂ ਵੇਲਣੇ ਚਲਾ ਰਹੀਆਂ ਨੇ, ਘਰ ਵਾਲੇ ਡੰਡੇ ਚਲਾ ਰਹੇ ਨੇ, ਭਰਾ ਭਰਾਵਾਂ ਤੇ ਚਲਾ ਰਹੇ ਨੇ, ਇੱਕ ਦੇਸ਼ ਦੂਜੇ ਦੇਸ਼ ਤੇ ਚਲਾ ਰਿਹਾ ਹੈ। ਡੰਡੇ ਤੇ ਚੱਲ ਹੀ ਰਹੇ ਨੇ। ਡੰਡਿਆਂ ਨਾਲ ਰੱਬ ਥੋੜਾ ਮਿਲਦਾ ਹੈ।
ਡੰਡੇ ਤੇ ਅਸੀਂ ਛਡਾਣੇ ਨਾ ਸਕੋ। ਡੰਡੇ ਦੀ ਲੋੜ ਕੁੱਤਿਆਂ ਬਿੱਲਿਆਂ ਵਾਸਤੇ ਹੈ, ਤੇ ਜਦੋਂ ਮੰਗਣ ਹੀ ਨਹੀਂ ਜਾਣਾ ਤੇ ਕੁੱਤਿਆਂ ਬਿੱਲਿਆਂ ਵਾਸਤੇ ਡੰਡੇ ਦੀ ਲੋੜ ਨਹੀਂ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਡੰਡਾ ਪ੍ਰਤੀਤ, ਪ੍ਰਤੀਤ ਦਾ ਮਤਲਬ ਵਿਸ਼ਵਾਸ, ਤੇਰੀ ਜ਼ਿੰਦਗੀ ਵਿੱਚ ਵਿਸ਼ਵਾਸ ਹੋਵੇ। ਜਿਵੇਂ ਕੁੱਤਾ ਬਿੱਲਾ ਡੰਡੇ ਦੇ ਨੇੜੇ ਨਹੀਂ ਨਾ ਹੁੰਦਾ, ਤੇਰੀ ਜ਼ਿੰਦਗੀ ਵਿੱਚ ਗੁਰੂ ਤੇ ਵਿਸ਼ਵਾਸ ਹੋਵੇ, ਗੁਰੂ ਦੇ ਗਿਆਨ ਤੇ ਵਿਸ਼ਵਾਸ ਹੋਵੇ, ਆਤਮ ਬਲ ਹੋਵੇ ਤੇਰੇ ਅੰਦਰ, ਸੈਲਫ ਕੌਨਫੀਡੈਂਸ ਹੋਵੇ। ਜਦੋਂ ਤੇਰੇ ਅੰਦਰ ਸੈਲਫ ਕੌਨਫੀਡੈਂਸ ਹੋਏਗਾ ਸਚਿਆਰ ਹੋਣ ਦਾ, ਤਾਂ ਤੇਰੇ ਨਜ਼ਦੀਕ ਕੋਈ ਕੁੱਤਾ ਬਿੱਲੀ ਨਹੀਂ ਆਏਗਾ। ਉਹ ਕੁੱਤੇ ਬਿੱਲੀ ਕਿਹੜੇ ਨੇ? ਅਵਰ ਪੰਚ ਹਮ ਏਕ ਜਨਾ, ਵਿਕਾਰ, ਫੇਲੀਅਰ ਦਾ ਡਰ ਤੇਰੇ ਨਜ਼ਦੀਕ ਨਹੀਂ ਆਏਗਾ, ਅਸਫਲਤਾ ਦਾ ਡਰ ਤੇਰੇ ਨਜ਼ਦੀਕ ਨਹੀਂ ਆਏਗਾ, ਫੋਬੀਆ ਦਾ ਸ਼ਿਕਾਰ ਨਹੀਂ ਤੂੰ ਹੋਏਗਾ। ਗੂਗਲ ਦੇ ਵਿੱਚ ਪਾਓਗੇ ਨਾ ਲਿਸਟ ਆਫ ਫੋਬੀਆ, PHOBIA, ਫੋਬੀਆ ਜਾਂ ਫੋਬੀਆਜ਼ ਲਿਸਟ, ਤਾਂ ਤੁਸੀਂ ਪੜੋਗੇ ਕਰੀਬ 2-2.5 ਹਜ਼ਾਰ ਕਿਸਮ ਦਾ ਫੋਬੀਆ ਹੈ। ਤੇ ਇਹ ਇੱਕ ਡਰ ਹੈ 2-2.5 ਹਜ਼ਾਰ ਕਿਸਮ ਦਾ। ਕਿਸੇ ਨੂੰ ਪਾਣੀ ਤੋਂ ਡਰ ਲੱਗਦਾ ਹੈ, ਕਿਸੇ ਨੂੰ ਬੰਦ ਥਾਵਾਂ ਤੋਂ ਡਰ ਲੱਗਦਾ ਹੈ, ਕਿਸੇ ਨੂੰ ਖੁੱਲ੍ਹੇ ਥਾਵਾਂ ਤੋਂ ਡਰ ਲੱਗਦਾ ਹੈ, ਕਿਸੇ ਨੂੰ ਕਿਰਲੀ ਤੋਂ ਬੜਾ ਡਰ ਲੱਗਦਾ ਹੈ, ਕਿਸੇ ਨੂੰ ਇਹ ਡਰ ਲੱਗਦਾ ਕਿ ਮੇਰੇ ਉੱਤੇ ਪੱਖਾ ਨਾ ਰਾਤ ਨੂੰ ਡਿੱਗ ਜਾਏ, ਕਿਸੇ ਨੂੰ ਇਹ ਵਹਿਮ ਹੁੰਦਾ ਹੈ ਕਿ ਸਾਹਮਣੇ ਬੰਦੇ ਮੇਰੀਆਂ ਚੁਗਲੀਆਂ ਕਰ ਰਹੇ ਨੇ, ਮੈਨੂੰ ਕੋਈ ਮਾਰ ਦੇਵੇਗਾ, ਬਿਮਾਰੀ ਨਾ ਲੱਗ ਜਾਏ, ਬੱਚੇ ਨਾ ਨਲਾਇਕ ਨਿਕਲ ਜਾਣ। ਕਈਆਂ ਨੂੰ ਡਰ ਹੁੰਦਾ ਮੈਨੂੰ ਬਿਮਾਰੀ ਨਾ ਲੱਗ ਜਾਏ, ਉਹ ਹੱਥ ਬਾਰ-ਬਾਰ ਧੋਈ ਜਾਂਦੇ ਨੇ ਸਾਰਾ ਦਿਨ। ਹੁਣ ਚਲੋ ਕਰੋਨਾ ਵਾਲੀ ਇਹ ਤੇ ਗੱਲ ਵੱਖਰੀ ਹੈ, ਬਾਥਰੂਮ ਜਾਣਗੇ ਪੌਣਾ ਘੰਟਾ ਨਹਾਈ ਜਾਣਗੇ, ਇੱਧਰ ਹੱਥ ਲੱਗ ਗਿਆ ਫਿਰ ਹੱਥ ਧੋ ਲਿਆ। ਯਾਨੀ ਇਹ ਫੋਬੀਆ, ਡਰ ਪ੍ਰਤੀਤ ਹੋਵੇ, ਵਿਸ਼ਵਾਸ ਹੋਵੇ। ਔਰ ਜਿੰਨੇ ਵੀ ਲੋਕ ਇਸ ਦੁਨੀਆ ਵਿੱਚ ਕਾਮਯਾਬ ਹੋਏ ਨੇ, ਉਹ ਕਾਮਯਾਬ ਹੋਏ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਵਿਸ਼ਵਾਸ ਸੀ ਆਪਣੇ ਆਪ ਤੇ। ਜਦੋਂ ਵਿਸ਼ਵਾਸ ਟੋਲ ਜਾਂਦਾ ਬੰਦਾ ਫੇਲ ਹੋ ਜਾਏਗਾ। ਦੁਨੀ ਚੰਦ ਨੂੰ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਸਵੇਰੇ ਹਾਥੀ ਦੇ ਨਾਲ ਮੁਕਾਬਲਾ ਦੁਨੀ ਚੰਦ ਕਰੇਗਾ, ਤੇ ਦੁਨੀ ਚੰਦ ਦਾ ਹੱਟਾ ਕੱਟਾ ਸਰੀਰ 2-4 ਬੰਦਿਆਂ ਤੇ ਡਿੱਗ ਪਏ ਤੇ ਥੱਲੇ ਫਿਰ ਮਿੱਧੇ ਜਾਣ, ਹੱਟਾ ਕੱਟਾ ਸਰੀਰ। ਲੇਕਿਨ ਵਿਸ਼ਵਾਸ ਡੋਲ ਗਿਆ, ਸਾਥੀਆਂ ਸਮੇਤ ਕੰਧ ਟੱਪ ਕੇ ਭੱਜ ਗਿਆ, ਬੇਸ਼ੱਕ ਲੱਤ ਤੜਾ ਲਈ। ਤੇ ਦੂਜੇ ਪਾਸੇ ਬਚਿੱਤਰ ਸਿੰਘ, ਇਕਹਿਰਾ ਜਿਹਾ ਬਦਨ, ਤੇ ਗੁਰੂ ਸਾਹਿਬ ਨੇ ਕਿਹਾ ਵੀ ਬਚਿੱਤਰ ਸਿੰਘ ਹਾਥੀ ਦੇ ਨਾਲ ਲੜੇਗਾ। ਹੁਣ ਦੇਖੋ ਵਿਸ਼ਵਾਸ ਵਾਲਾ ਬੰਦਾ ਕੀ ਕਹਿ ਰਿਹਾ ਹੈ। ਕਹਿੰਦੇ ਪਾਤਸ਼ਾਹ ਇੱਕ ਹਾਥੀ, ਜੇ ਹਾਥੀਆਂ ਦਾ ਇੱਜੜ ਹੋਵੇ ਉਹਦੇ ਨਾਲ ਲੜਨ ਲਈ ਤਿਆਰ ਹਾਂ, ਤੇ ਨਿਰਾ ਲੜਾਂਗਾ ਨਹੀਂ, ਮੈਂ ਹਾਥੀ ਨੂੰ ਅੱਗੇ ਲਾ ਕੇ ਭਜਾਵਾਂਗਾ। ਵਿਸ਼ਵਾਸ ਹੈ ਨਾ, ਕਿੰਨਾ ਵਿਸ਼ਵਾਸ ਸੀ ਉਹਨਾਂ ਸਿੱਖਾਂ ਦੇ ਅੰਦਰ, ਜਿਹੜੇ 40 ਨੇ ਅੰਦਰ ਤੇ ਬਾਹਰ 10 ਲੱਖ ਫੌਜ ਹੈ। ਇੰਨਾ ਵੱਡਾ ਵਿਸ਼ਵਾਸ। ਪਤਾ ਹੈ ਕਿ 5 ਜਣੇ ਗਏ ਤੇ ਉੱਥੇ ਜ਼ਿੰਦਾ ਨਹੀਂ ਬਚਣਗੇ, ਪਰ ਕਿੰਨਾ ਵੱਡਾ ਵਿਸ਼ਵਾਸ ਹੈ। 5 ਜਣੇ ਲੜਨ ਤੱਕ, ਆਖਰੀ ਦਮ ਤੱਕ ਲੜਦੇ ਨੇ, ਔਰ ਇੱਕ ਵੀ ਸਿੱਖ ਨੇ ਹਥਿਆਰ ਨਹੀਂ ਸੁੱਟੇ, ਹੱਥ ਖੜੇ ਨਹੀਂ ਕੀਤੇ, ਲੜਦੇ ਹੋਏ ਸ਼ਹੀਦੀ ਪਾਈ ਹੈ। ਛੋਟੇ ਸਾਹਿਬਜ਼ਾਦੇ, ਵਿਸ਼ਵਾਸ ਹੈ ਨਾ, ਕੀ ਉਹਨਾਂ ਦੇ ਵਿਸ਼ਵਾਸ ਨੂੰ ਕੋਈ ਤੋੜ ਸਕਿਆ? ਨੀਹਾਂ ਵਿਚਣੇ ਗਏ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਵਿਸ਼ਵਾਸ ਹੈ ਨਾ, ਉਹਨਾਂ ਦੇ ਵਿਸ਼ਵਾਸ ਨੂੰ ਕੋਈ ਤੋੜ ਨਹੀਂ ਸਕਿਆ। ਕਾਮਯਾਬ ਉਹ ਲੋਕ ਹੋਏ ਨੇ ਜਿਨ੍ਹਾਂ ਦੇ ਮਨ ਵਿੱਚ ਵਿਸ਼ਵਾਸ ਹੁੰਦਾ ਹੈ, ਤੇ ਜਿਹੜੇ ਪਹਿਲਾਂ ਹੀ ਕਹਿੰਦੇ ਰਹਿਣ ਸਾਡੇ ਤੋਂ ਨਹੀਂ ਹੋਣਾ ਜੀ, ਬਾਣੀ ਕਿੱਥੇ ਸਮਝ ਆਉਣੀ ਹੈ, ਅਸੀਂ ਕਿੱਥੇ ਐਵੇਂ ਹੋ ਸਕਦੇ ਹਾਂ, ਇਹ ਤੇ ਹੋ ਨਹੀਂ ਸਕਦਾ ਜੀ। ਵਿਸ਼ਵਾਸ ਪਹਿਲਾਂ ਹੀ ਡੋਲਿਆ ਹੋਣਾ ਤਾਂ ਕੀ ਹੋਏਗਾ। ਗੁਰਬਾਣੀ ਦੇ ਅੰਦਰ ਬੜੀ ਪਿਆਰੀ ਪੰਕਤੀ ਹੈ, ਮੈਂ ਬਾਰ-ਬਾਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਨਾ ਹੀ ਦੇਖ ਨਾ ਭਾਜੀਏ ਪਰਮ ਸਿਆਣਪ ਇਹ, ਆਗਾਹੂ ਕੂ ਤਰਾਗ ਇੱਛਾ ਫੇਰ ਨਾ ਮੋਢੜਾ, ਨਾਨਕ ਸਿਜ ਇਵੇ ਹਵਾਰ ਬਹੁੜ ਨਾ ਹੋਵੀ ਜਨਮੜਾ। ਐਸੇ ਵੇਰੀ ਜਿੱਤ ਹਾਸਲ ਕਰਨੀ ਹੈ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਮਰਤੇ ਜਾਵਾਂਗਾ ਲੇਕਿਨ ਅਸਫਲ ਨਹੀਂ ਹੋਵਾਂਗਾ, ਮਰਤੇ ਜਾਵਾਂਗਾ ਲੇਕਿਨ ਸੱਚ ਦਾ ਤਿਆਗ ਨਹੀਂ ਕਰਾਂਗਾ। ਇਹ ਵਿਸ਼ਵਾਸ ਅੰਦਰ ਆਤਮ ਵਿਸ਼ਵਾਸ ਪੈਦਾ ਕਰਦਾ। ਗੁਰਬਾਣੀ ਸਾਡੇ ਅੰਦਰ ਆਤਮ ਵਿਸ਼ਵਾਸ ਜਗਾਉਂਦੀ ਹੈ। ਇੱਕ ਸ਼ੇਰ ਹੈ, ਮੇਰੇ ਖਿਆਲ ਸੋਹਣ ਸਿੰਘ ਜੀ ਸ਼ੀਤਲ ਬੋਲਦੇ ਹੁੰਦੇ ਸਨ ਜ਼ਿਆਦਾ। ਉਹ ਕਹਿੰਦੇ ਕੁਛ ਉਹ ਹੈ ਜੋ ਬਦਲਤੇ हैं ज़माने के साथ साथ, पर मर्द वो हैं जो ज़माने को बदल देते हैं। ਜ਼ਮਾਨੇ ਦੇ ਨਾਲ ਤੇ ਸਾਰੇ ਬਦਲ ਜਾਂਦੇ ਨੇ, ਲੇਕਿਨ ਜਿਹੜੇ ਵਿਸ਼ਵਾਸ ਵਾਲੇ ਨੇ ਉਹ ਜ਼ਮਾਨੇ ਨੂੰ ਬਦਲਣ ਦੀ ਹਿੰਮਤ ਰੱਖਦੇ ਨੇ। ਇਸ ਲਈ ਇਹ ਵਿਸ਼ਵਾਸ ਪੈਦਾ ਕਰਨਾ ਹੈ। ਜੇ ਇਹ ਵਿਸ਼ਵਾਸ ਹੋਏਗਾ ਡੰਡੇ ਫੜਨ ਦੀ ਲੋੜ ਨਹੀਂ,
ਫਿਰ ਅਕਾਮ ਕ੍ਰੋਧ ਆਦਿਕ ਨਜ਼ਦੀਕ ਨਹੀਂ ਆਣਗੇ, ਫਿਰ ਤੂੰ ਸਚਿਆਰਤਾ ਵਾਲੇ ਰਾਸਤੇ ਤੇ ਵੱਧ ਸਕੇਗਾ, ਫਿਰ ਜ਼ਿੰਦਗੀ ਦੇ ਅੰਦਰੋਂ ਫੇਲੀਅਰ ਦਾ ਡਰ ਖਤਮ ਹੋ ਜਾਏਗਾ। ਤਾਂ ਵਿਸ਼ਵਾਸ ਆਪਣੇ ਆਪ ਦੇ ਉੱਤੇ, ਔਰ ਵਿਸ਼ਵਾਸ ਕਾਹਦੇ ਤੇ? ਗੁਰੂ ਦੇ ਗਿਆਨ ਤੇ, ਗੁਰੂ ਦੀ ਫਿਲਾਸਫੀ ਤੇ, ਗੁਰੂ ਦੀ ਵਿਚਾਰਧਾਰਾ ਤੇ, ਸਚਿਆਰ ਦੇ ਰਾਸਤੇ ਤੇ ਕਿ ਮੈਂ ਸਚਿਆਰ ਹੋਣਾ ਹੈ। ਅਗਲਾ ਵਚਨ, ਆਈ ਪੰਥੀ ਸਗਲ ਜਮਾਤੀ। ਜੋਗੀਆਂ ਦੇ 12 ਫਿਰਕੇ ਨੇ, ਜੋਗੀਆਂ ਦੇ 12 ਫਿਰਕੇ ਨੇ, ਤੇ ਇਹਨਾਂ 12 ਫਿਰਕਿਆਂ ਦੇ ਵਿੱਚੋਂ ਆਈ ਪੰਥ ਇਹ ਸਭ ਤੋਂ ਵੱਡਾ ਮਹਾਨ ਮੰਨਿਆ ਜਾਂਦਾ ਹੈ। ਆਈ ਪੰਥ ਇਹ ਉਹਨਾਂ ਦਾ ਫਿਰਕਾ ਹੈ, ਫਿਰਕੇ ਦਾ ਨਾਮ ਹੈ। ਜਿੰਨੇ ਵੀ ਜੋਗੀ ਨੇ ਇਹਨਾਂ ਦੇ ਕਈ ਸਾਰੇ ਫਿਰਕੇ ਨੇ, 12 ਨੇ ਘੱਟ ਤੋਂ ਘੱਟ, ਤੇ ਇਹਨਾਂ 12 ਦੇ ਵਿੱਚੋਂ ਆਈ ਪੰਥ ਜਿਹੜਾ ਨਾ ਉਹ ਸਭ ਤੋਂ ਚੰਗੇਰਾ ਉਚੇਰਾ ਮੰਨਿਆ ਜਾਂਦਾ ਹੈ। ਹੁਣ ਗੁਰੂ ਜੀ ਕਹਿੰਦੇ ਨੇ ਵੀ ਇਹ ਜਿਹੜੇ ਭੇਖ ਨੇ, 12 ਫਿਰਕੇ ਤੁਸੀਂ ਬਣਾਏ ਨੇ, ਇਹਨਾਂ ਨਾਲ ਕੀ ਹੋਏਗਾ? ਜੇ ਤੇ ਫਿਰਕਾ ਪ੍ਰਸਤੀ ਨਾਲ ਰੱਬ ਮਿਲਦਾ ਹੋਵੇ ਤਾਂ ਫਿਰਕਾ ਪ੍ਰਸਤੀ ਤੇ ਇਸ ਦੁਨੀਆ ਵਿੱਚ ਬਹੁਤ ਜ਼ਿਆਦੀ ਹੈ। ਸਾਡੀਆਂ ਆਪਣੀਆਂ ਵੇਖੋ ਕਿੰਨੀਆਂ ਸੰਸਥਾਵਾਂ ਨੇ, ਇੱਕ ਸੰਸਥਾ ਦੀ ਦੂਜੇ ਨਾਲ ਨਹੀਂ ਬਣਦੀ। ਤੁਸੀਂ ਗੁਰਦੁਆਰੇ ਸਾਹਿਬਾਨ ਵਿੱਚ ਚਲੇ ਜਾਓ ਤਾਂ ਇੱਕ ਗੁਰਦੁਆਰਾ ਸਾਹਿਬ ਦੀ ਦੂਜੇ ਗੁਰਦੁਆਰਾ ਸਾਹਿਬ ਦੇ ਨਾਲ ਮਰਿਆਦਾ ਨਹੀਂ ਮਿਲਦੀ। ਇੱਕ ਪਿੰਡ ਵਿੱਚ 4 ਗੁਰਦੁਆਰੇ ਨੇ, 4ਾਂ ਦੀ ਨਹੀਂ ਮਿਲਦੀ। ਅਰਦਾਸ ਦਾ ਢੰਗ ਇੱਕ ਨਹੀਂ, ਪਾਠ ਰੱਖਣ ਭੋਗ ਪਾਉਣ ਦਾ ਢੰਗ ਇੱਕ ਨਹੀਂ, ਹਰ ਥਾਂ ਤੇ ਵੱਖਰੀ ਵੱਖਰੀ ਨਾ ਮਰਿਆਦਾ। ਜੇ ਤੁਸੀਂ ਇਸ ਦੁਨੀਆ ਵਿੱਚ ਵੇਖੋਗੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਇਹਨਾਂ ਦੇ ਆਪਸ ਦੇ ਵਿੱਚ ਤਾਲਮੇਲ ਨਹੀਂ ਹੈ। ਹਰ ਬੰਦਾ ਕਹਿ ਰਿਹਾ ਕਿ ਮੈਂ ਮਹਾਨ, ਮੈਂ ਮਹਾਨ ਹੋ ਰਿਹਾ ਨਾ ਸਭ। ਜੇ ਅਸੀਂ ਆਪਣੇ ਧਰਮ ਦੀ ਗੱਲ ਕਰੀਏ, ਸਿਰਫ ਸਿੱਖ ਧਰਮ ਦੀ, ਤਾਂ ਇਹਦੇ ਵਿੱਚ ਵੀ ਬੁਰਾ ਹਾਲ ਹੈ। ਅੰਮ੍ਰਿਤਧਾਰੀਆਂ ਦੀਆਂ ਪੱਗਾਂ ਲਾ ਰਹੇ ਨੇ। ਹਰ ਬੰਦਾ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਹੀ ਠੀਕ ਹਾਂ, ਮੇਰਾ ਫਿਰਕਾ, ਮੇਰੀ ਸੰਸਥਾ ਹੀ ਠੀਕ ਹੈ। ਹੁਣ 12 ਪੰਥ ਹੋਣਗੇ, 12 ਸੰਸਥਾਵਾਂ ਹੋਣਗੀਆਂ, ਤਾਂ 12 ਦੇ ਵਿੱਚ ਵਖੇਵਾਂ ਤੇ ਜ਼ਰੂਰ ਹੋਏਗਾ। ਜਦੋਂ ਤੱਕ ਵਖੇਵਾਂ ਨਹੀਂ, ਉਦੋਂ ਤੱਕ ਤੁਸੀਂ ਵੱਖਰਾ ਕੁਝ ਕਰ ਨਹੀਂ ਸਕਦੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹਨਾਂ ਭੇਖਾਂ ਦੇ ਰਾਸਤੇ ਨੂੰ ਛੱਡ, ਇਹਨਾਂ ਦੇ ਨਾਲ ਸ਼ਾਂਤੀ ਨਹੀਂ ਮਿਲਣੀ। ਆਈ ਪੰਥੀ ਸਗਲ ਜਮਾਤੀ। ਸਗਲ ਦਾ ਮਤਲਬ ਸਾਰੀ ਸ੍ਰਿਸ਼ਟੀ, ਤੇ ਜਮਾਤੀ ਦਾ ਮਤਲਬ ਕਲਾਸ ਫੈਲੋ, ਜਿਹੜੇ ਅਸੀਂ ਕਹਿੰਦੇ ਨਾ ਮੇਰਾ ਜਮਾਤੀ ਹੈ। ਹੁਣ ਜਿਹੜੇ ਜਮਾਤੀ ਹੋਣ ਨਾ, ਇਕੱਠੇ ਪੜ੍ਹੇ ਹੋਣ, ਉਹਨਾਂ ਦਾ ਆਪਸੀ ਪ੍ਰੇਮ ਸਾਰੀ ਜ਼ਿੰਦਗੀ ਰਹਿੰਦਾ ਹੈ। ਘੱਟ ਤੋਂ ਘੱਟ ਜਿਹੜੇ 8ਵੀਂ 10ਵੀਂ 'ਚ ਤੁਹਾਡੇ ਨਾਲ ਪੜ੍ਹੇ ਨੇ ਨਾ, ਉਹ ਤੁਹਾਨੂੰ ਅੱਜ ਵੀ ਯਾਦ ਆਉਂਦੇ ਹੋਣਗੇ, ਕਿਉਂਕਿ 8ਵੀਂ 10ਵੀਂ ਤੱਕ ਜਦੋਂ ਅਸੀਂ ਪੜ੍ਹੇ ਹਾਂ ਨਾ, 10ਵੀਂ ਤੱਕ, ਉਦੋਂ ਤੱਕ ਆ ਫਿਰਕਾ ਪ੍ਰਸਤੀ ਦੂਜੀ ਤੀਜੀ ਇੰਨੀਆਂ ਨਹੀਂ ਸੀ ਹੁੰਦੀਆਂ, ਕੋਈ ਬਹੁਤਾ ਟੈਲੀਵਿਜ਼ਨ ਵਗੈਰਾ ਨਹੀਂ ਸਨ। ਤੇ ਉਹ ਜੋ ਬਚਪਨ ਦੇ ਦੋਸਤ ਨੇ ਉਹ ਅੱਜ ਵੀ ਯਾਦ ਆਉਂਦੇ ਨੇ। ਉਹਨਾਂ ਨੂੰ ਫੇਸਬੁੱਕ ਤੇ ਸਰਚ ਕਰੀਦਾ, ਕੋਈ ਮਿਲ ਜਾਏ, ਤੇ ਜਦੋਂ ਕੋਈ ਪੁਰਾਣਾ ਦੋਸਤ ਮਿਲਦਾ ਹੈ ਤਾਂ ਕਿੰਨੀ ਵੱਡੀ ਖੁਸ਼ੀ ਹੁੰਦੀ ਹੈ। ਕਲਾਸ ਫੈਲੋ ਨਾਲ ਪਿਆਰ ਹੁੰਦਾ ਨਾ। ਤਾਂ ਗੁਰੂ ਜੀ ਕਹਿੰਦੇ ਨੇ ਸਗਲ ਜਮਾਤੀ, ਪੂਰਾ ਸੰਸਾਰ ਦਾ ਹਰ ਇਸਤਰੀ ਪੁਰਸ਼ ਉਹਨੂੰ ਆਪਣਾ ਜਮਾਤੀ ਸਮਝ, ਉਹਦੇ ਨਾਲ ਕਲਾਸ ਫੈਲੋ ਵਰਗਾ ਪਿਆਰ ਕਰ। ਜਿਵੇਂ ਇੱਕੋ ਕਲਾਸ ਦੇ ਅੰਦਰ ਜੇ ਕੋਈ ਫਿਜ਼ਿਕਸ ਦੇ ਵਿਦਿਆਰਥੀ ਨੇ ਤਾਂ ਸਾਰੇ ਫਿਜ਼ਿਕਸ ਹੀ ਪੜ੍ਹ ਰਹੇ ਨੇ ਨਾ, ਕੈਮਿਸਟਰੀ ਵਾਲੇ ਕੈਮਿਸਟਰੀ, 8ਵੀਂ ਵਾਲੇ 8ਵੀਂ ਕਲਾਸ ਦੀ ਹੀ ਪੜ੍ਹਾਈ ਕਰ ਰਹੇ ਨੇ। ਸਾਰਿਆਂ ਦਾ ਇੱਕੋ ਹੀ ਹੁੰਦਾ ਹੈ, ਇਹ ਟਾਈਮ ਟੇਬਲ ਵੀ, ਪੜ੍ਹਾਈ ਦਾ ਸਾਰਾ ਕੁਝ ਇੱਕ ਹੀ ਆਧਾਰ ਹੁੰਦਾ ਹੈ। ਐਵੇਂ ਪੂਰੇ ਸੰਸਾਰ ਦੇ ਹਰ ਮਨੁੱਖ ਨੂੰ ਜਮਾਤੀ ਬਣਾ, ਤੇ ਤੇਰਾ ਕੋਰਸ ਕੀ ਹੋਵੇ, ਤੇਰਾ ਸਿਲੇਬਸ ਕੀ ਹੋਵੇ ਸਾਰੇ ਸੰਸਾਰ ਦਾ, ਤਾਂ ਉਹ ਸਿਲੇਬਸ ਹੈ ਸਚਿਆਰ ਹੋਣ ਦਾ, ਕਿ ਉਹ ਸਚਿਆਰਾ ਹੋਈ ਹੈ। ਸਚਿਆਰਤਾ ਨੂੰ ਸਿਲੇਬਸ ਬਣਾਓ ਤੇ ਸਾਰੇ ਸੰਸਾਰ ਦੇ ਨਾਲ ਆਪਣੇ ਜਿਹੜੇ ਕਲਾਸ ਫੈਲੋ ਨੇ ਉਹਨਾਂ ਵਰਗਾ ਪਿਆਰ ਕਰੋ। ਆ ਸਾਰਾ ਸੰਸਾਰ ਹੀ ਇੱਕ ਸਕੂਲ ਹੋ ਜਾਏਗਾ। ਦੇਸ਼ਾਂ ਦੀਆਂ ਸੀਮਾਵਾਂ ਦੇ ਝਗੜੇ ਖਤਮ ਹੋ ਜਾਣਗੇ, ਧਰਮਾਂ ਦੇ ਵਿਤਕਰੇ ਮਿਟ ਜਾਣਗੇ। ਔਰ ਇਹ ਹਕੀਕਤ ਹੈ, ਹੋ ਸਕਦਾ ਹੈ ਜੇ ਅਸੀਂ ਕਰੀਏ ਤਾਂ। ਆਪਣੀ ਜਿਹੜੀ ਆਈਡੈਂਟੀ ਹੈ ਉਹ ਖਤਮ ਕਰਨੀ ਪਵੇਗੀ। ਸਚਿਆਰ ਹੋਣ ਲਈ ਆਪਣੀ ਆਈਡੈਂਟੀ ਖਤਮ ਕਰਨੀ ਪਵੇਗੀ। ਮਨ ਬਚਨ ਕਰਮ ਕਰਕੇ ਸੱਚੇ ਜੇ ਸਾਰੇ ਲੋਕ ਹੋ ਜਾਣ, ਜਿਵੇਂ ਮੈਂ ਧਰਮ ਦੀ ਪਰਿਭਾਸ਼ਾ ਆਪ ਨਾਲ ਸਾਂਝੀ ਕੀਤੀ ਸੀ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਜੇ ਇਹ ਚੀਜ਼ ਨੂੰ ਸਾਰੇ ਅਪਣਾ ਲੈਣ ਤਾਂ ਕੀ ਪ੍ਰੋਬਲਮ ਹੈ? ਕੋਈ ਨਹੀਂ। ਆਈ ਪੰਥੀ ਸਗਲ ਜਮਾਤੀ,
कि जो तेरा आई पंथ है ना, इन्हां अपने जीवन ਨੂੰ ਫਿਰਕਿਆਂ ਦੇ ਵਿੱਚ ਨਾ ਵੰਡ, ਸਗੋਂ ਸਾਰੇ ਸੰਸਾਰ ਨੂੰ ਆਪਣਾ ਜਮਾਤੀ ਸਮਝ, ਆਪਣੇ ਜਮਾਤੀਆਂ ਵਰਗਾ ਪਿਆਰ ਕਰ, ਵਿਤਕਰੇ ਨਾ ਪਾ। ਅਗਲਾ ਬਚਨ ਕਰਦੇ ਨੇ, ਮਨ ਜੀਤੈ ਜਗ ਜੀਤ। ਇਹਨੂੰ ਜੀਤੇ ਨਹੀਂ ਪੜਨਾ, ਜੀਤੈ ਦਲਾਵਾਂ ਨੇ, ਮਨ ਜੀਤੈ ਜਗ ਜੀਤ। ਮਨ ਜੀਤੇ ਦਾ ਮਤਲਬ ਮਨ ਜਿੱਤਣ ਦੇ ਨਾਲ ਜੇ ਮਨ ਨੂੰ ਜਿੱਤ ਲਿਆ ਜਾਏ, ਜਗ ਜੀਤ ਤਾਂ ਸਾਰਾ ਜਗਤ ਜਿੱਤਿਆ ਜਾਏਗਾ, ਸਾਰਾ ਸੰਸਾਰ ਦਾ ਤੂੰ ਜੇਤੂ ਹੋ ਜਾਏਗਾ। ਹੁਣ ਜਗ ਜਿੱਤਣ ਦਾ ਮਤਲਬ ਇਹ ਨਹੀਂ ਕਿ ਸਾਰੀ ਦੁਨੀਆ ਦਾ ਤੂੰ ਬਾਦਸ਼ਾਹ ਬਣ ਜਾਏਗਾ। ਇੱਥੇ ਗੱਲ ਹੈ ਕਿ ਜੋ ਸਾਡੇ ਮਨ ਦੇ ਅੰਦਰ ਮੋਹ ਹੈ, ਵਿਕਾਰ ਨੇ, ਉਹ ਜਿੱਤੇ ਜਾਣਗੇ, ਮਨ ਭਟਕਣ ਤੋਂ ਰੁਕ ਜਾਏਗਾ। ਔਰ ਜਿਨਨੇ ਮਨ ਨੂੰ ਜਿੱਤ ਲਿਆ ਨਾ, ਉਹਨੇ ਸਾਰੀ ਦੁਨੀਆ ਨੂੰ ਜਿੱਤ ਲਿਆ। ਇਸ ਲਈ ਮੈਂ ਤੁਹਾਨੂੰ ਹੈਰਾਨ ਦਾ ਯਤਨ ਕਰਾਂ, ਤੁਸੀਂ ਮੈਨੂੰ ਹੈਰਾਨ ਵਿੱਚ ਲੱਗੇ ਰਹੋ। ਤੁਸੀਂ ਮੈਨੂੰ ਜਿੱਤਣਾ ਚਾਹੋ, ਮੈਂ ਤੁਹਾਨੂੰ ਜਿੱਤਣਾ ਚਾਹਾਂ, ਤਾਂ ਫਿਰ ਕੀ ਹੋਏਗਾ? ਈਰਖਾ ਵਧੇਗੀ ਨਾ, ਵੈਰ ਵਿਰੋਧ ਵਧੇਗਾ। ਤੇ ਜੇ ਮੈਂ ਜਿੱਤਣਾ ਚਾਹਾਂ ਤੁਹਾਨੂੰ, ਤੇ ਜਿੱਤਣਾ ਚਾਹਾਂ ਤੁਹਾਡੇ ਦਿਲ ਨੂੰ, ਤੇ ਤੁਸੀਂ ਮੇਰੇ ਦਿਲ ਨੂੰ ਜਿੱਤਣਾ ਚਾਹੋ, ਜਿੱਤ ਤਾਂ ਫਿਰ ਵੀ ਹੋਵੇਗੀ, ਪਰ ਅਸੀਂ ਦੋਵੇਂ ਹੀ ਜਿੱਤ ਜਾਵਾਂਗੇ। ਤੇ ਦਿਲ ਜਿੱਤਣ ਵਾਸਤੇ ਲੜਨ ਦੀ ਲੋੜ ਨਹੀਂ, ਦਿਲ ਜਿੱਤਣ ਵਾਸਤੇ ਤੇ ਆਪਣਾ ਆਪ ਗਵਾਉਣਾ ਪਵੇਗਾ। ਤੁਹਾਡਾ ਦਿਲ ਜਿੱਤਣ ਵਾਸਤੇ ਮੈਨੂੰ ਤੁਹਾਡੇ ਨਾਲ ਸੱਚਾ ਪਿਆਰ ਕਰਨਾ ਪਵੇਗਾ, ਮੈਨੂੰ ਤੁਹਾਡਾ ਸੱਚਾ ਸਤਿਕਾਰ ਕਰਨਾ ਪਵੇਗਾ। ਤੁਹਾਡੇ ਸੁੱਖ ਦੁੱਖ ਨੂੰ ਆਪਣਾ ਸੁੱਖ ਦੁੱਖ ਬਣਾ ਲਵਾਂਗਾ, ਤੇ ਤੁਸੀਂ ਆਪ ਹੀ ਕਹੋਗੇ ਨੇ, ਯਾਰ ਕਿੰਨਾ ਚੰਗਾ ਬੰਦਾ ਹੈ, ਸਾਡੀ ਤਕਲੀਫ ਨੂੰ ਆਪਣੀ ਬਣਾ ਲੈਂਦਾ ਹੈ। ਦਿਲ ਜਿੱਤਣਾ ਇਸੇ ਨੂੰ ਕਹਿੰਦੇ ਨੇ, ਦਿਲ ਜਿੱਤਣਾ। ਤੇ ਜੇ ਤੁਸੀਂ ਮੇਰਾ ਐਸਾ ਸਹਿਯੋਗ ਕਰਦੇ ਹੋ, ਤੇ ਮੈਂ ਕਹਾਂਗਾ ਨਾ ਕਿ ਕਿੰਨੀਆਂ ਚੰਗੀਆਂ ਭੈਣਾਂ, ਕਿੰਨੇ ਚੰਗੇ ਵੀਰ ਨੇ ਕਿ ਮੇਰੀ ਤਕਲੀਫ ਨੂੰ ਆਪਣੀ ਸਮਝ ਰਹੇ ਨੇ। ਦਿਲ ਜਿੱਤ ਲਿਆ ਨਾ, ਇਹਨੂੰ ਕਹਿੰਦੇ ਨੇ ਮਨ ਜੀਤੈ ਜਗ ਜੀਤ। ਪਰ ਇਹ ਤਾਂ ਹੋਏਗਾ ਜੇ ਮੈਂ ਆਪਣੇ ਮਨ ਨੂੰ ਜਿੱਤਿਆ ਹੋਏਗਾ, ਮੈਂ ਆਪਣੇ ਮਨ ਦੀਆਂ ਵਾਸ਼ਨਾਵਾਂ ਤੇ ਕੰਟਰੋਲ ਕੀਤਾ ਹੋਏਗਾ। ਤੁਹਾਨੂੰ ਤਾਂ ਸਤਿਕਾਰ ਦਿਆਂਗਾ ਨਾ ਜੇ ਮੇਰੇ ਆਪਣੇ ਅੰਦਰੋਂ ਹੰਕਾਰ ਮਰਿਆ ਹੋਏਗਾ। ਤੇ ਜੇ ਮੇਰੇ ਆਪਣੇ ਅੰਦਰ ਹੀ ਹੰਕਾਰ ਹੈ, ਤੇ ਫਿਰ ਮੈਂ ਤੁਹਾਨੂੰ ਸਤਿਕਾਰ ਕਿੱਥੇ ਦੇਣਾ? ਇਸ ਲਈ ਆਪਣੇ ਮਨ ਨੂੰ ਜਿੱਤਣਾ ਹੈ। ਇਹ ਜੋਗੀ ਮਨ ਨੂੰ ਜਿੱਤ, ਮਨ ਦੀਆਂ ਵਾਸ਼ਨਾਵਾਂ ਨੂੰ ਖਤਮ ਕਰ। ਜੇ ਤੂੰ ਮਨ ਨੂੰ ਜਿੱਤ ਲਿਆ, ਸਾਰਾ ਸੰਸਾਰ ਜਿੱਤ ਲਿਆ। ਤੇ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਸਾਡਾ ਸਾਰਿਆਂ ਦਾ ਆਪਣਾ ਇੱਕ ਵੱਖਰਾ ਵੱਖਰਾ ਸੰਸਾਰ ਹੈ, ਸਾਡਾ ਪਰਿਵਾਰ, ਸਾਡੇ ਰਿਸ਼ਤੇਦਾਰ, ਸੱਜਣ ਮਿੱਤਰ। ਜਿਸ ਬੰਦੇ ਨੇ ਇੰਨੇ ਕੁ ਸੰਸਾਰ ਦੇ ਅੰਦਰ ਸੱਚਾ ਮਾਣ ਆਦਰ ਹਾਸਲ ਕਰ ਲਿਆ, ਨਿਸ਼ਚਿੰਤ ਜ਼ਿੰਦਗੀ ਜੀ ਲਈ, ਉਹਨੇ ਸੰਸਾਰ ਨੂੰ ਜਿੱਤ ਲਿਆ। ਇੰਨੇ ਕੁ ਨੂੰ ਤਾਂ ਜਿੱਤੋ। ਆਦੇਸ਼ ਤਿਸੈ ਆਦੇਸ਼, ਜੋਗੀ ਜਿਹੜੇ ਨੇ ਆਦੇਸ਼ ਕਰਦੇ ਨੇ ਆਪਣੇ ਮਹੰਤ ਅੱਗੇ, ਉਹਨੂੰ ਮੱਥਾ ਟੇਕਦੇ। ਗੁਰੂ ਜੀ ਕਹਿੰਦੇ ਨੇ ਆਦੇਸ਼ ਤਿਸੈ ਆਦੇਸ਼। ਆਦੇਸ਼ ਦਾ ਮਤਲਬ ਨਮਸਕਾਰ। ਨਮਸਕਾਰ ਕਿਸੇ ਬੰਦੇ ਨੂੰ ਨਾ ਕਰ। ਬੰਦੇ ਦਾ ਆਦਰ ਸਤਿਕਾਰ ਕਰਨਾ ਹੋਰ ਚੀਜ਼ ਹੈ, ਨਮਸਕਾਰ ਕਰਨੀ, ਉਹਨੂੰ ਰੱਬ ਮੰਨ ਕੇ ਬਹਿ ਜਾਣਾ, ਇਹ ਵੱਖਰੀ ਚੀਜ਼ ਹੈ। ਆਦੇਸ਼ ਤਿਸੈ ਆਦੇਸ਼, ਮੇਰਾ ਨਮਸਕਾਰ ਹੈ ਉਸ ਨੂੰ, ਕਿਹਨੂੰ? ਆਦ, ਜੋ ਸਾਰਿਆਂ ਦਾ ਮੁੱਢ ਹੈ, ਜੋ ਜਗਤ ਰਚਨਾ ਤੋਂ ਪਹਿਲੋਂ ਸੀ, ਜਿਹਦੇ ਤੋਂ ਜਗਤ ਰਚਨਾ ਹੋਈ ਹੈ। ਅਨੀਲ, ਅਨੀਲ ਦਾ ਮਤਲਬ ਜਿਹਦੇ ਤੇ ਕੋਈ ਕਲੰਕ ਨਹੀਂ, ਵਿਕਾਰਾਂ ਤੋਂ ਰਹਿਤ, ਸ਼ੁੱਧ ਸਰੂਪ ਹੈ। ਅਨਾਦ, ਅਨਾਦ ਦਾ ਮਤਲਬ ਅਨਆਦ, ਜਿਹਦਾ ਕੋਈ ਮੁੱਢ ਨਹੀਂ, ਆਦ ਅੰਤ ਨਹੀਂ, ਆਦ ਅੰਤ ਤੋਂ ਅਨੰਤ ਹੈ। ਅਨਾਹਤ, ਅਨਾਹਤ ਦਾ ਮਤਲਬ ਲਗਾਤਾਰ, ਇੱਕ ਰਸ, ਜੁਗ ਜੁਗ ਏਕੋ ਵੇਸ਼, ਜੋ ਜੁਗਾਂ ਜੁਗੰਤਰਾਂ ਤੋਂ ਇੱਕੋ ਜੈਸਾ ਹੈ, ਜਿਸ ਦੇ ਉੱਤੇ ਬਚਪਨ, ਜਵਾਨੀ, ਬੁਢੇਪਾ ਆਦਿਕ ਨਹੀਂ ਹੁੰਦਾ, ਸਮੇਂ ਦੇ ਪ੍ਰਭਾਵ ਤੋਂ ਪਰੇ ਹੈ। ਉਹ ਪ੍ਰਭੂ ਜੋ ਸਭ ਦਾ ਮੁੱਢ ਮੂਲ ਹੈ, ਜਿਸ ਦੇ ਉੱਤੇ ਕੋਈ ਦਾਗ ਨਹੀਂ, ਜੋ ਅਲੇਪ ਹੈ, ਜਿਸ ਦਾ ਕੋਈ ਆਦ ਅੰਤ ਨਹੀਂ, ਭਾਵ ਪਰੰਪਾਰ ਹੈ। ਅਨਾਹਤ ਦਾ ਮਤਲਬ ਇੱਕ ਰਸ ਲਗਾਤਾਰ ਇਸ ਜਗਤ ਵਿੱਚ ਸਮਾਇਆ ਹੋਇਆ ਹੈ। ਉਹ ਪ੍ਰਭੂ ਜਿਹਦਾ ਜੁਗਾਂ ਜੁਗੰਤਰਾਂ ਤੋਂ ਇੱਕੋ ਹੀ ਵੇਸ਼ ਹੈ, ਇੱਕੋ ਹੀ ਸਰੂਪ ਹੈ, ਭਾਵ ਉਹਦਾ ਕੋਈ ਰੂਪ ਰੇਖ ਰੰਗ ਆਕਾਰ ਨਹੀਂ, ਉਹਦੇ ਅੱਗੇ ਨਮਸਕਾਰ ਕਰ। ਉਹਨੂੰ ਸਾਰਿਆਂ ਦੇ ਅੰਦਰ ਵੇਖ, ਉਹਦੇ ਅੱਗੇ ਨਮਸਕਾਰ ਕਰਨ ਦਾ ਮਤਲਬ ਉਹਦੇ ਅੱਗੇ ਸਰੈਂਡਰ ਹੋ। ਸਰੈਂਡਰ ਹੋਣ ਦਾ ਮਤਲਬ ਉਹਦਾ ਭਾਣਾ ਮੰਨ, ਭਾਣਾ ਮੰਨਣ ਦਾ ਮਤਲਬ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਜੋਗੀ ਐਵੇਂ ਤੂੰ ਸਚਿਆਰ ਹੋ ਸਕਦਾ। ਜੇ ਇਹ ਗੁਣ ਜੋ ਇਸ ਪਾਵਨ ਪੌੜੀ ਵਿੱਚ ਦੱਸੇ ਗਏ ਨੇ, ਕੋਈ ਵੀ ਮਨੁੱਖ ਜੋ ਇਹਨਾਂ ਗੁਣਾਂ ਨੂੰ ਅਪਣਾ ਲਵੇਗਾ, ਉਹ ਮਨੁੱਖ
ਸਚਿਆਰ ਹੋ ਜਾਏਗਾ। ਇਸ ਲਈ ਜੰਗਲਾਂ ਵਿੱਚ ਵਿਚਰਨਾ, ਗ੍ਰਸਤ ਨੂੰ ਤਿਆਗਣਾ, ਵਿਖਾਵੇ ਦੀਆਂ ਸਮਾਧੀਆਂ ਲਾਣੀਆਂ ਜਾਂ ਭੇਖ ਧਾਰਨ ਦੇ ਨਾਲ ਸਚਿਆਰ ਹੋਣ ਦਾ ਕੋਈ ਸੰਬੰਧ ਨਹੀਂ ਹੈ। ਸਚਿਆਰ ਹੋਣ ਦਾ ਸੰਬੰਧ ਇਹਨਾਂ ਗੁਣਾਂ ਦੇ ਨਾਲ ਹੈ। ਵਾਹਿਗੁਰੂ ਜੀ ਰਹਿਮਤ ਕਰਨ। ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਇਸ ਤਰ੍ਹਾਂ ਮਿਲ ਬੈਠ ਕੇ ਆਪ ਪੜ੍ਹੀਏ, ਵਿਚਾਰੀਏ ਔਰ ਗੁਰਬਾਣੀ ਦੇ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਮੈਂ ਇੱਥੇ ਸਮਾਪਤੀ ਕਰਦਾ ਹਾਂ। ਭਾਈ ਸਾਹਿਬ ਵੀਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਜੋ ਅੱਜ ਮੈਂ ਵਿਚਾਰਿਆ ਹੈ 28ਵੀਂ ਪੌੜੀ ਵਿੱਚ, ਇਸ ਸੰਬੰਧ ਵਿੱਚ ਤੁਹਾਡਾ ਕੋਈ ਸਵਾਲ ਹੋਵੇ ਤਾਂ ਕਰ ਸਕਦੇ ਹੋ, ਕੋਈ ਆਪਣੇ ਵਿਊਜ਼ ਦੇਣੇ ਹੋਣ ਦੇ ਸਕਦੇ ਹੋ, ਜੇ ਆਪਣੀ ਕੋਈ ਸੁਜੈਸ਼ਨ ਦੇਣੀ ਹੋਵੇ ਤਾਂ ਉਸ ਸੁਜੈਸ਼ਨ ਨੂੰ ਵੀ ਬਿਲਕੁਲ ਪ੍ਰਵਾਨ ਕੀਤਾ ਜਾਏਗਾ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।